स्वागत। मैं हरजिंदर सिंह रंधावा, तुम देख रहे हो पंजाब टेलीविजन और मेरे नाल ने सीनियर जर्नलिस्ट जी भास्कर जी और इंद्रप्रीत जी। जी आया जी। बहुत बहुत शुक्रिया रंधावा जी। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। मैं ਖਬਰਾਂ ਦੀ ਪੜਚੋਲ ਦੇ ਨਾਲ ਸੁਖਜੀਤ ਸਖੀ ਦੀਆਂ 17 ਨਾਲ ਗੱਲ ਤੋਰਨੀ ਚਾਹੂੰਗਾ। ਉਹ ਸਾਰੀ ਤਾਜ ਦੀ ਕਿਤੇ ਕਿੱਸਾ ਤਬਾਹੀ ਦਾ, ਨਜ਼ਰ ਕਿਸ ਤਰ੍ਹਾਂ ਆਏ ਨਸ਼ਾ ਜੋ ਬਾਦਸ਼ਾਹੀ ਦਾ। ਇਸ ਵੇਲੇ ਦੀ ਸਭ ਤੋਂ ਚਰਚਿਤ ਖਬਰ ਤਾਂ ਕੈਨੇਡਾ ਤੇ ਭਾਰਤ ਦੇ ਰਿਸ਼ਤੇ ਹੀ ਨੇ, ਔਰ ਸਾਡੇ ਸੱਥਾਂ ਤੋਂ ਵਿਹੜਿਆਂ ਤੱਕ ਹਰ ਜਗ੍ਹਾ ਗੱਲ ਇਹੋ ਹੀ ਤੁਰਦੀ ਹੈ ਕਿ ਨਵਾਂ ਕੀ ਹੈ। ਸੋ ਨਵਾਂ ਕੀ ਹੈ, ਜਸਟਿਨ ਟਰੂਡੋ ਇੱਕ ਨਵੀਂ ਸਟੇਟਮੈਂਟ ਜਾਰੀ ਕਰਦੇ ਨੇ। ਖੈਰ ਇਸ ਸਾਰੇ ਘਟਨਾਕ੍ਰਮ ਤੇ ਆਪਾਂ ਅੱਗੇ ਵਧਦੇ ਹਾਂ ਕਿ ਕੀ ਕੱਲ ਵਿਦੇਸ਼ ਮੰਤਰਾਲੇ ਦੀ ਪ੍ਰੈਸ ਕਾਨਫਰੰਸ ਤੋਂ ਬਾਅਦ ਉਹਨਾਂ ਦੇ ਕਾਊਂਟਰ ਪਾਰਟ ਜਾਂ ਕੈਨੇਡੀਅਨ ਪੱਖ ਤੋਂ ਕੋਈ ਨਵਾਂ ਬਿਆਨ ਆਇਆ ਕਿ ਨਹੀਂ ਆਇਆ, ਔਰ ਕੀ ਕਹਿ ਰਿਹਾ ਸਮੁੱਚਾ ਮੀਡੀਆ ਇਸ ਬਾਰੇ, ਇਹਦੇ ਤੇ ਜਾਣਦੇ ਹਾਂ। ਇਸ ਖਿੱਤੇ ਦੀਆਂ ਖਬਰਾਂ ਵੀ ਅਹਿਮ ਨੇ। 26 ਤਰੀਕ ਨੂੰ ਉੱਤਰ ਭਾਰਤੀ ਕੌਂਸਲ ਦੀ ਮੀਟਿੰਗ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ 'ਚ ਹੋ ਰਹੀ ਆ, ਜਿੱਥੇ ਪੰਜਾਬ ਦੇ ਮੁੱਖ ਮੰਤਰੀ, ਹਰਿਆਣੇ ਦੇ ਮੁੱਖ ਮੰਤਰੀ ਤੇ 2 ਹੋਰ ਸਟੇਟਾਂ ਦੇ ਮੁੱਖ ਮੰਤਰੀਆਂ ਦੀ ਸ਼ਮੂਲੀਅਤ ਸੰਭਵ ਮੰਨੀ ਜਾ ਰਹੀ। ਹਿਮਾਚਲ ਤੇ ਰਾਜਸਥਾਨ ਕਾਫੀ ਦਵੱਲੇ ਮਾਮਲੇ ਫਸੇ ਹੋਏ ਆ। ਉਧਰ ਸੁਨੀਲ ਜਾਖੜ ਮੁੱਖ ਮੰਤਰੀ ਸਾਹਿਬ ਨੂੰ ਪਹਿਲਾਂ ਹੀ ਡਰਾ ਰਹੇ ਨੇ ਕਿ ਵੇਖਿਓ ਚੰਡੀਗੜ੍ਹ ਨਾ ਤੇ ਆਇਓ, ਐਵੇਂ ਕਿਤੇ ਹੱਥੋਂ ਨਾ ਖਸਕਾ ਦਿਓ। ਇਧਰਲੇ ਬੰਨੇ ਪੰਜਾਬ ਦੇ ਅਫਸਰਸ਼ਾਹੀ ਦੇ ਵਿੱਚ ਜਾਂ ਇੱਕ ਜਿਹੜੀ ਪਹਿਲਾਂ ਤਿਆਰੀਆਂ ਲਈ ਮੀਟਿੰਗ ਹੋਈ ਆ, ਉਹਦੇ ਵਿੱਚ BBMP ਦਾ ਮੁੱਦਾ ਬੜੀ ਪੁਖਤਗੀ ਨਾਲ ਆ ਰਿਹਾ। ਪੰਜਾਬ ਆਪਣਾ ਕਲੇਮ ਛੱਡਣ ਲਈ ਤਿਆਰ ਨਹੀਂ। ਮੁੱਖ ਮੰਤਰੀ ਸਾਹਿਬ ਜਦੋਂ ਕੱਲ ਗਵਰਨਰ ਨੂੰ ਪੱਤਰ ਲਿਖਦੇ ਆ ਤੇ ਬੜੇ ਪਾਸਿਆਂ ਤੋਂ ਪ੍ਰਤੀਕਰਮ ਆਉਂਦਾ ਹੈ ਕਿ ਮੁੱਖ ਮੰਤਰੀ ਸਾਹਿਬ 26 ਨੂੰ ਵੀ ਨੌਕ ਕਰਕੇ ਦੇਖ ਲਓ, ਵੈਸੇ 25 ਨੂੰ ਐਡਾ ਕੋਈ ਖਾਸ ਫੈਸਲਾ ਤਾਂ ਆਉਣਾ ਨਹੀਂ, ਤੇ 26 ਤਰੀਕ ਨੂੰ ਅਮਿਤ ਸ਼ਾਹ ਨੂੰ ਜਾਂ ਉਸ ਤੋਂ ਪਹਿਲਾਂ ਦੇਸ਼ ਦੇ ਪੱਧਰ ਤੇ ਕਿਸੇ ਮੰਤਰੀਆਂ ਨਾਲ ਮੀਟਿੰਗ ਕਰਕੇ ਜੇ ਕਿਧਰੇ ਰੂਰਲ ਡਿਵੈਲਪਮੈਂਟ ਫੰਡ ਉਦਾਂ ਹੀ ਮਿਲ ਜੇ ਤਾਂ ਲੈ ਆਓ, ਸੌਖਾ ਹੈ। ਪਰ ਆਪਾਂ ਮਹਿਲਾ ਰਾਖਵਾਂ ਕਰਨ, ਔਰਤਾਂ ਦੇ ਰਾਖਵਾਂ ਕਰਨ ਬਿੱਲ ਤੇ ਜਾਵਾਂਗੇ, ਕਿਸੇ ਨੇ ਨਹੀਂ ਜੇ ਪੰਗਾ ਲਿਆ। ਸਾਰਿਆਂ ਨੇ ਸਿੱਧੇ ਹੋ ਕੇ ਕਿਹਾ ਲਓ ਜੀ ਆਪਾਂ ਤਾਂ ਹੱਥ ਬੰਨ ਕੇ ਤੁਹਾਡਾ ਹੱਕ ਤੁਹਾਨੂੰ ਦਿੰਨੇ ਆ। ਇਹ ਘਰ ਦੇ ਡਰ ਨੇ ਜਾਂ ਸੁਸਾਇਟੀ ਵਿੱਚ ਸੰਤੁਲਨ ਲਿਆਉਣਾ ਚਾਹੁੰਦੇ, ਮੈਨੂੰ ਪਤਾ ਨਹੀਂ, ਪਰ ਬਿੱਲ ਪਾਸ ਹੋ ਗਿਆ ਜੀ। ਪਰ ਉਧਰ ਪਹਿਲਾਂ ਹਰਸਿਮਰਤ ਬਾਦਲ, ਫਿਰ ਮਹੁਆ ਮੋਇਤਰਾ ਔਰ ਹੋਰ ਕਈਆਂ ਨੇ ਰੱਜ ਕੇ ਪੜਾਸ ਕੱਢੀ ਆ ਕਿ ਲੱਡੂ ਲਿਆ ਕੇ ਰੱਖ ਲਿਆ ਜੇ, ਖਵਾ ਵੀ ਦਿਓ। ਹੁਣ ਪਤਾ ਨਹੀਂ ਕਦੋਂ ਜਨਗਣਨਾ ਹੋਣੀ ਆ, ਪਤਾ ਨਹੀਂ ਕਦੋਂ ਡੀਲਿਮਿਟੇਸ਼ਨ ਹੋਣੀ ਆ। ਸਾਨੂੰ ਤੁਸੀਂ ਐਵੇਂ ਤਸਵੀਰ ਜੀ ਵਿਖਾ ਕੇ ਪਚਲਾਈ ਜਾਂਦੇ ਹੋ, ਲਿਆਓ ਲਾਗੂ ਕਰੋ। ਇੱਥੇ ਇਸ ਹਾਊਸ ਵਿੱਚ 33% ਔਰਤਾਂ ਬੈਠੀਆਂ। ਹੁਣ 33 ਕਿਉਂ, 2-4 ਜਨਰਲ ਚੋਂ ਵੀ ਆਉਣਗੀਆਂ, 35-36% ਔਰਤਾਂ ਹੋਣਗੀਆਂ। ਫੇਰ ਵੇਖਾਂਗੇ ਤੁਸੀਂ ਕਿੱਦਾਂ ਅਭੱਦਰ ਭਾਸ਼ਾ ਬੋਲਦੇ ਹੋ, ਕਿੱਦਾਂ ਡੋਮੀਨੇਟ ਕਰਦੇ ਹੋ। ਸਦੀਆਂ ਤੱਕ ਨਪੀੜਦੇ ਆਏ ਹੋ, ਤੁਹਾਨੂੰ ਦੇਖ ਲਾਂਗੇ। ਸਭ ਤੋਂ ਪਹਿਲਾਂ ਭਾਸਕਰ ਸਾਹਿਬ ਦੱਸਿਓ, ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕੁਝ ਨਰਮ ਜੇ ਲੱਗਦੇ ਨੇ। ਜਿਸ ਤਰੀਕੇ ਨਾਲ ਕੈਨੇਡਾ ਤੇ ਭਾਰਤ ਦਾ ਤਣਾਅ ਵੱਧ ਰਿਹਾ ਹੈ, ਔਰ ਨਾਲ ਦੇ ਨਾਲ ਜਸਟਿਨ ਟਰੂਡੋ ਉਹਨਾਂ ਦੀ ਇਹ ਸਟੇਟਮੈਂਟ, ਅਸੀਂ ਤੇ ਚਾਹੁੰਦੇ ਹਾਂ ਕਿ ਤੁਸੀਂ ਸਾਨੂੰ ਇਨਵੈਸਟੀਗੇਸ਼ਨ ਨੂੰ ਜੁਆਇਨ ਕਰੋ, ਯਾਨੀ ਇਨਵੈਸਟੀਗੇਸ਼ਨ ਦੇ ਵਿੱਚ ਮਦਦ ਕਰੋ। ਇਹ ਆਪਣੇ ਆਪ ਵਿੱਚ ਉਸ ਤਲਖੀ ਨੂੰ ਥੋੜਾ ਜਿਹਾ ਨਰਮ, ਥੋੜਾ ਜਿਹਾ ਕਵਾਂਗੇ ਆਪਾਂ, ਬਹੁਤਾ ਤਾਂ ਨਹੀਂ ਕਵਾਂਗੇ, ਕਾਰਨ ਕਿ ਸਾਡੇ ਵੱਲੋਂ ਪਾਸੋਂ, ਭਾਰਤ ਵੱਲੋਂ ਪਾਸੋਂ ਕੁਝ ਏਦਾਂ ਦੇ ਸਟੈਪ ਲਿੱਤੇ ਨੇ ਜੋ ਤਲਖੀ ਵਧਣ ਦੀ ਤਰਫ ਇਸ਼ਾਰਾ ਕਰਦੇ ਨੇ। ਕੱਲ ਵੀਜ਼ਾ ਕਾਉਂਸਲੇਟ ਯਾਨੀ ਕੈਨੇਡੀਅਨ ਸਿਟੀਜ਼ਨਸ ਨੂੰ ਵੀਜ਼ਾ ਦੇਣ ਤੋਂ ਇੱਕ ਰੋਕ ਲਾ ਦਿੱਤੀ ਹੈ ਅਗਲੇ ਆਦੇਸ਼ ਤੱਕ। ਹਾਲਾਂਕਿ ਇਹਦਾ ਰੀਜ਼ਨ ਇਹ ਦੱਸਿਆ ਜਾ ਰਿਹਾ ਹੈ ਕਿ 25 ਤਰੀਕ ਨੂੰ ਇੱਕ ਐਜੀਟੇਸ਼ਨ ਹੈਗਾ ਕੈਨੇਡਾ ਦੇ ਵਿੱਚ ਭਾਰਤੀ ਦੂਤਾਵਾਸ ਦੇ ਸਾਹਮਣੇ, ਉਹਦੇ ਕਰਕੇ ਇਹ ਰੋਕ ਲਾਈ ਗਈ ਹੈ। ਪਰ ਇਹ ਰੋਕ ਕੰਟੀਨਿਊ ਵੀ ਰਹਿੰਦੀ ਹੈ। ਇਹਦੇ ਕਰਕੇ ਖਾਸ ਕਰਕੇ ਜਿਹੜੇ ਪੰਜਾਬੀ ਕੈਨੇਡਾ ਦੇ ਵਿੱਚ ਰਹਿ ਰਹੇ ਨੇ, ਉਹਨਾਂ ਦੇ ਵਿੱਚ ਕਾਫੀ ਸਾਰੀ ਇੱਕ ਕਨਫਿਊਜ਼ਨ ਜੀ ਪੈਦਾ ਹੋ ਗਈ ਹੈ। ਔਰ ਬਹੁਤ ਸਾਰੇ ਲੋਕੀ, ਤੁਹਾਨੂੰ ਵੀ ਪਤਾ ਹੈ ਕਿ ਲੱਖ ਤੋਂ ਵੱਧ NRIs ਇਸ ਦੌਰਾਨ ਨਵੰਬਰ-ਦਸੰਬਰ ਦੇ ਮਹੀਨੇ ਦੇ ਵਿੱਚ ਇੰਡੀਆ ਆਉਂਦੇ ਨੇ, ਔਰ ਖਾਸ ਤੌਰ ਤੇ ਹੀ ਪੰਜਾਬ ਆਉਂਦੇ ਨੇ, ਔਰ ਵਿਆਹ ਵੀ ਹੁੰਦੇ ਨੇ, ਬਹੁਤ ਸਾਰੇ ਫੰਕਸ਼ਨ ਵੀ ਹੁੰਦੇ ਨੇ। ਉਹਨਾਂ ਦੀ ਬੁਕਿੰਗ ਕੈਂਸਲ ਹੋਣੀ ਸ਼ੁਰੂ ਹੋ ਗਈ ਹੈ ਜਦੋਂ ਤੋਂ ਇਹ ਐਲਾਨ ਕੀਤਾ ਹੈ ਕਿ ਵੀਜ਼ਾ ਕੈਂਸਲ ਹੋਣਗੇ। ਹੁਣ ਇਹ ਗੱਲ ਜਾ ਕਿੱਥੇ ਰਹੀ ਹੈ? ਅਗਰ ਜਸਟਿਨ ਟਰੂਡੋ ਉਹਨਾਂ ਦੇ ਉਸ ਬਿਆਨ ਨੂੰ ਪੜ੍ਹੋ ਤੇ ਲੱਗਦਾ ਹੈ ਕਿ ਵੀ ਉਹ ਸੰਭਾਲਣਾ ਚਾਹੁੰਦੇ ਨੇ ਗੱਲ ਨੂੰ, ਔਰ ਉਸ ਮੁੱਦੇ ਨੂੰ ਸਿਰਫ ਡਿਸਕਸ਼ਨ ਤੱਕ ਹੀ ਸੀਮਿਤ ਰੱਖਣਾ ਚਾਹੁੰਦੇ ਨੇ। ਕੱਲ ਭਾਰਤ ਦੀ ਸਰਕਾਰ ਨੇ ਕੈਨੇਡੀਅਨ ਹਾਈ ਕਮਿਸ਼ਨ ਜਾਂ ਕੈਨੇਡੀਅਨ ਸਰਕਾਰ ਨੂੰ ਆਪਣੀ ਐਮਬੈਸੀ ਦੇ ਵਿੱਚ ਜਿਹੜੀ ਵੱਧ ਡਿਪਲੋਇਮੈਂਟ ਕੀਤੀ ਹੋਈ ਹੈ ਉਹਨੂੰ ਵੀ ਘੱਟ ਕਰਨ ਵਾਸਤੇ ਕਿਹਾ ਹੈ, ਔਰ ਕੈਨੇਡਾ ਨੇ ਇਹਦੇ ਉੱਤੇ ਕਾਰਵਾਈ ਵੀ ਸ਼ੁਰੂ ਕੀਤੀ ਹੈ। ਸਟੂਡੈਂਟਸ ਜਿਹੜੇ ਜਨਵਰੀ ਇਨਟੇਕ ਦੇ ਵਿੱਚ ਜਾਣੇ ਨੇ, ਉਹਨਾਂ ਨੇ ਆਪਣੇ ਇਮੀਗ੍ਰੇਸ਼ਨ ਏਜੰਟਸ ਕੋਲ ਜਾ ਕੇ ਪੁੱਛਣਾ ਸ਼ੁਰੂ ਕਰਤਾ ਹੈ ਵੀ ਸਾਨੂੰ ਵੀਜ਼ਾ ਮਿਲੇਗਾ ਔਰ ਅਸੀਂ ਫੀਸ ਜਮ੍ਹਾਂ ਕਰਾਈਏ ਕਿ ਨਾ ਕਰਾਈਏ। ਇਹ ਸਾਰੀ ਗੱਲਾਂ ਦੇ ਉੱਤੇ ਇੱਕ ਕਨਫਿਊਜ਼ਨ ਜਿਹਾ ਕ੍ਰੀਏਟ ਹੋਇਆ। ਪਰ ਹਾਂ, ਇਹਦੇ ਵਿੱਚ ਜਿਹੜੇ ਅਮਰੀਕਾ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੇ, ਉਹਨਾਂ ਦਾ ਵੀ ਇੱਕ ਬਿਆਨ ਆਇਆ ਜਦ ਉਹਨਾਂ ਨੇ ਇਹ ਕਿਹਾ ਕਿ ਅਸੀਂ ਵੀ ਭਾਰਤ ਦੇ ਨਾਲ ਗੱਲ ਕਰ ਰਹੇ ਹਾਂ ਤੇ ਇਸ ਮੁੱਦੇ ਨੂੰ ਸੁਲਝਾਉਣ ਵਾਸਤੇ
ਭਾਰਤ ਦੀ ਇੱਕ ਮਦਦ ਇਸ ਇਨਵੈਸਟੀਗੇਸ਼ਨ ਵਿੱਚ ਮੰਗ ਰਹੇ ਹਾਂ ਕਿ ਭਾਰਤ ਦਾ ਕੋਈ ਹੱਥ ਸੀਗਾ ਹਰਦੀਪ ਸਿੰਘ ਨਿੱਜਰ ਦੀ ਹੱਤਿਆ ਦੇ ਵਿੱਚ। ਇਹਨਾਂ ਸਾਰੀ ਗੱਲਾਂ ਦੇ ਵਿੱਚ ਪ੍ਰਟੈਂਸ਼ਨ ਪੂਰੀ ਚਰਮ ਸੀਮਾ ਤੇ ਹੈ। ਔਰ ਇੱਥੇ ਤੱਕ ਕਿ ਜਸਟਿਨ ਟਰੂਡੋ, ਜਿਨ੍ਹਾਂ ਦਾ ਪਿਛਲੇ ਦਿਨਾਂ ਦੇ ਵਿੱਚ ਇੱਕ ਸਰਵੇ ਹੁੰਦਾ ਹੈ, ਹਾਲਾਂਕਿ ਇਲੈਕਸ਼ਨ ਦੇ ਵਿੱਚ ਟਾਈਮ ਹੈਗਾ ਹਜੇ, ਲੇਕਿਨ ਉਹਨਾਂ ਦਾ ਅਪਰੂਵਲ ਰੇਟ ਸਿਰਫ 33% ਰਹਿ ਗਿਆ। ਆਪਣੇ ਅਪਰੂਵਲ ਰੇਟ ਉਹ ਹੁੰਦਾ ਹੈ ਕਿ ਕਿਸ ਪਾਰਟੀ ਦੀ ਕਿੰਨੀ ਕੁ ਜਿੱਤਣ ਦੀ ਸੰਭਾਵਨਾ ਅਗਲੇ ਇਲੈਕਸ਼ਨਾਂ ਦੇ ਵਿੱਚ ਹੈਗਾ। ਇਹ ਵੀ ਇੱਕ ਚਿੰਤਾ ਦਾ ਵਿਸ਼ਾ ਜਸਟਿਨ ਟਰੂਡੋ ਦਾ। ਔਰ ਉਹਨਾਂ ਦੀ ਆਪਣੀ ਹੀ ਪਾਰਟੀ ਦੇ ਹਿੰਦੂ ਐਮਪੀ ਚੰਦਰ ਆਰਿਆ, ਉਹਨਾਂ ਨੇ ਵੀ ਕੁਝ ਆਬਜੈਕਸ਼ਨ ਉਠਾਏ ਨੇ ਕਿ ਜਸਟਿਨ ਟਰੂਡੋ ਉਹਨਾਂ ਨੂੰ ਇਸ ਤਰੀਕੇ ਦੇ ਬਿਆਨ ਦੇਣ ਤੋਂ ਪਹਿਲੇ ਐਵੀਡੈਂਸਿਸ ਕਲੈਕਟ ਕਰਨੇ ਚਾਹੀਦੇ ਸੀ। ਔਰ ਇਹ ਵੀ ਇੱਕ ਗੱਲ ਆਈ ਹੈ ਕਿ ਜਿਸ ਤਰੀਕੇ ਨਾਲ ਗੁਰਪਤਵੰਤ ਸਿੰਘ ਪੰਨੂ ਉਹਨਾਂ ਨੇ ਹਿੰਦੂਆਂ ਨੂੰ ਕੁਝ ਗਲਤ ਸ਼ਬਦਾਂ ਦੇ ਰਾਹੀਂ ਜਾਂ ਇੱਕ ਅਪੀਲ ਕਰਦੇ ਰਾਹੀਂ, ਇੱਕ ਵਾਰਨਿੰਗ ਕਰਦੇ ਰਾਹੀਂ ਜਿਹੜੀ ਸਟੇਟਮੈਂਟ ਦਿੱਤੀ ਹੈ, ਉਹਦੇ ਉੱਤੇ ਕੈਨੇਡੀਅਨ ਸਰਕਾਰ ਦਾ ਕੀ ਰਿਐਕਸ਼ਨ ਹੈ। ਇਹ ਸਾਰੀ ਗੱਲਾਂ ਹੁਣ ਅੱਗੇ ਵੱਧਦੀ ਨਜ਼ਰ ਆ ਰਹੀ ਹੈ। ਹੈਦਰਾਬਾਦ ਦੇ ਵਿੱਚ ਰੰਧਾਵਾ ਜੀ ਕੱਲ ਸੀਗਾ ਇੱਕ ਐਜੂਕੇਸ਼ਨ ਫੇਅਰ, ਕਿਉਂਕਿ ਪੰਜਾਬ ਦੇ ਵਿੱਚ ਤੇ ਤਕਰੀਬਨ ਹਰ ਸ਼ਹਿਰ ਦੇ ਵਿੱਚ ਐਦਾਂ ਦਾ ਐਜੂਕੇਸ਼ਨ ਫੇਅਰ ਲੱਗਦਾ ਜਿਹਦੇ ਵਿੱਚ ਕੈਨੇਡਾ ਦੀ ਯੂਨੀਵਰਸਿਟੀ ਐਡਮਿਸ਼ਨ ਵਾਸਤੇ ਆਉਂਦੀ ਹੈ। ਉੱਥੇ ਇੱਕ ਗੱਲ ਨਿਕਲ ਕੇ ਆਈ ਕਿ ਉੱਥੇ ਦੀ ਯੂਨੀਵਰਸਿਟੀਆਂ ਹੀ ਕਹਿ ਰਹੀ ਨੇ ਕਿ ਫਿਲਹਾਲ ਤੁਸੀਂ ਆਪਣਾ ਬੈਗ ਬੁੱਕ ਪੈਕ ਨਾ ਕਰਨਾ ਜਨਵਰੀ ਵਾਸਤੇ, ਹਜੇ ਮਈ ਇਨਟੇਕ ਵਾਸਤੇ ਵੇਟ ਕਰੋ ਤੇ ਉਸ ਤੋਂ ਬਾਅਦ ਤੁਹਾਨੂੰ ਕੋਈ ਡਿਸੀਜਨ ਅਸੀਂ ਦੱਸਾਂਗੇ। ਪਰ ਜਿਸ ਤਰੀਕੇ ਨਾਲ ਪੰਜਾਬ ਤੋਂ ਸਟੂਡੈਂਟ ਉੱਥੇ ਜਾਂਦੇ ਨੇ ਉਹਦਾ ਵੀ ਇੱਕ ਆંકੜਾ ਸਾਹਮਣੇ ਆਇਆ। ਜਿਸ ਡਾਟਾ ਦੇ ਹਿਸਾਬ ਨਾਲ 68,000 ਕਰੋੜ ਰੁਪਏ ਦੀ ਫੀਸ ਤਕਰੀਬਨ ਹਰ ਸਾਲ ਕੈਨੇਡਾ ਦੀ ਯੂਨੀਵਰਸਿਟੀਆਂ ਨੂੰ ਜਾਂਦੀ ਹੈ। ਔਰ 2,26,450 ਸਟੂਡੈਂਟਸ 2022 ਦੇ ਵਿੱਚ ਗਏ ਸੀ ਪੂਰੇ ਭਾਰਤ ਵਿੱਚੋਂ, ਜਿਹਦੇ ਵਿੱਚੋਂ ਪੰਜਾਬ ਇਕੱਲੇ ਤੋਂ 1,36,000 ਸਟੂਡੈਂਟਸ ਗਏ ਸੀਗੇ। ਔਰ ਹੁਣ ਅੱਜ ਦੀ ਡੇਟ ਵਿੱਚ ਵੀ 3,40,000 ਸਟੂਡੈਂਟਸ ਪੰਜਾਬ ਦੇ ਉਹ ਕੈਨੇਡਾ ਦੀ ਵੱਖ-ਵੱਖ ਯੂਨੀਵਰਸਿਟੀਆਂ ਦੇ ਵਿੱਚ ਪੜ੍ਹ ਰਹੇ ਨੇ। ਐਦਾਂ ਦੇ ਹਾਲਾਤ ਦੇ ਵਿੱਚ ਜਿਹੜੇ ਪੇਰੈਂਟਸ ਇੱਥੇ ਰਹਿ ਗਏ ਨੇ, ਜਿਹੜੇ ਪੇਰੈਂਟਸ ਨੇ ਆਪਣੇ ਬੱਚਿਆਂ ਨੂੰ ਉੱਥੇ ਭੇਜਿਆ, ਉਹਨਾਂ ਦੇ ਵਾਸਤੇ ਇੱਕ ਚਿੰਤਾ ਦਾ ਕਾਰਨ ਤੇ ਹੈਗਾ ਕਿ ਬਣੂਗਾ ਕੀ ਅੱਗੇ। ਪਰ ਲੱਗਦਾ ਹੈ ਕਿਉਂਕਿ ਕੱਲ ਇੱਕ ਇਹ ਵੀ ਸਟੇਟਮੈਂਟ ਆਈ ਕਿ ਇੰਡੀਆ ਦੀ ਤੇ ਕੈਨੇਡਾ ਦੀ ਇੱਕ ਜੁਆਇੰਟ ਡਿਫੈਂਸ ਟ੍ਰੇਨਿੰਗ ਚੱਲ ਰਹੀ ਹੈ। ਉਸ ਟ੍ਰੇਨਿੰਗ ਦੇ ਵਿੱਚ ਕੈਨੇਡੀਅਨ ਡਿਫੈਂਸ ਆਫਿਸਰ ਨੇ ਇਹ ਗੱਲ ਕਹੀ ਹੈ ਕਿ ਵੀ ਇਹ ਲੜਾਈ ਛੇਤੀ ਸ਼ਾਂਤ ਹੋ ਜਾਏਗੀ। ਔਰ ਉਹਨਾਂ ਨੇ ਇਸ ਲੜਾਈ ਨੂੰ 2 ਬਿੱਲੀਆਂ ਦੀ ਲੜਾਈ ਦੇ ਤੌਰ ਤੇ ਵੀ ਦੇਖਿਆ। ਕਹਿੰਦੇ ਵੀ ਜਿੱਦਾਂ ਕਈ ਵਾਰ ਬਿੱਲੀਆਂ ਲੜਦੀਆਂ ਤੇ ਸ਼ੁਰੂ ਵਿੱਚ ਸ਼ੋਰ ਸ਼ਰਾਬਾ ਬਹੁਤ ਹੁੰਦਾ ਹੈ, ਔਰ ਬਾਅਦ ਚੋਂ ਜਦ ਲੜਾਈ ਖਤਮ ਹੁੰਦੀ ਹੈ ਤੇ ਬਿੱਲੀ ਆਪਣੇ ਘਰ, ਦੂਜੀ ਬਿੱਲੀ ਆਪਣੇ ਘਰ। ਐਦਾਂ ਦੀ ਵੀ ਇਸ ਚੀਜ਼ ਦੇ ਵਿੱਚ ਇੱਕ ਤਰੀਕੇ ਨਾਲ ਇੱਕ ਰਾਹਤ ਦੀ ਖਬਰ ਜਾਂ ਰਾਹਤ ਦੀ ਸਟੇਟਮੈਂਟ ਆਪਾਂ ਕਹਿ ਸਕਦੇ ਹਾਂ। ਔਰ ਖਾਸ ਕਰਕੇ ਸਾਡੀ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਨੇ ਜਿਹੜੀ ਆਪਾਂ ਗੱਲ ਕੀਤੀ ਹੈ ਕਿ ਜਿਹੜਾ ਕੈਨੇਡਾ ਦੇ ਵਿੱਚ ਸਾਡੇ ਹਾਈ ਕਮਿਸ਼ਨ ਦੇ ਸਾਹਮਣੇ ਇੱਕ ਵਿਦਰੋਹ, ਇੱਕ ਅੰਦੋਲਨ ਜਾਂ ਕਹਿ ਲਓ ਇੱਕ ਧਰਨਾ ਪ੍ਰਦਰਸ਼ਨ ਹੋਣਾ ਹੈ, ਉਹਦੇ ਉੱਤੇ ਕੈਨੇਡੀਅਨ ਅਥਾਰਟੀਜ਼ ਨੂੰ ਅਸੀਂ ਲਿਖਿਆ ਕਿ ਜਿਹੜੇ ਖਾਲਿਸਤਾਨੀ ਜਾਂ ਕੋਈ ਵੀ ਉੱਥੇ ਜੇ ਪ੍ਰਦਰਸ਼ਨ ਕਰ ਰਹੇ ਨੇ ਉਹਨਾਂ ਦੇ ਖਿਲਾਫ ਕੈਨੇਡੀਅਨ ਅਥਾਰਟੀ ਕੀ ਐਕਸ਼ਨ ਲੈ ਰਹੀ ਹੈ। ਯਾਨੀ ਗੱਲ ਤੇ ਹੁਣ ਐਕਸ਼ਨ ਲੈਣ ਵੱਲ ਤੁਰ ਗਈ ਹੈ, ਅੱਗੋਂ ਜਵਾਬ ਆਣਾ ਬਾਕੀ ਹੈ। ਕਿਉਂਕਿ ਕੈਨੇਡੀਅਨ ਗਵਰਨਮੈਂਟ ਦੇ ਰੂਲ ਦੇ ਹਿਸਾਬ ਨਾਲ ਉੱਥੇ ਪੀਸਫੁਲ ਪ੍ਰੋਟੈਸਟ ਦੀ ਇਜਾਜ਼ਤ ਦਿੱਤੀ ਜਾਂਦੀ ਹੈ, ਪਰ ਅਗਰ ਕੋਈ ਵਾਇਲੈਂਸ ਹੁੰਦਾ ਹੈ ਤੇ ਉਹਦੇ ਵਾਸਤੇ ਰਿਸਪੌਂਸਿਬਲ ਕੌਣ ਹੋਏਗਾ, ਇਹ ਵੀ ਗੱਲਾਂ ਚੱਲੀ ਹੈ। ਪਰ ਇੱਕ ਖਬਰ ਬ੍ਰਿਟੇਨ ਤੋਂ ਵੀ ਆ ਰਹੀ ਹੈ, ਰਿਸ਼ੀ ਸੁਨਕ ਉਹਨਾਂ ਨੇ ਵੀ ਇਸ ਮੁੱਦੇ ਨੂੰ ਭਾਵੇਂ ਡੀਪ ਕੰਸਰਨ ਤੇ ਸ਼ੋਅ ਕੀਤਾ ਹੈ, ਪਰ ਸਾਡੀ ਦਿੱਤੀ ਹੋਈ ਲਿਸਟ ਜਿਨ੍ਹਾਂ ਦੇ ਵਾਸਤੇ ਅਸੀਂ ਕੁਝ ਲੋਕਾਂ ਦੇ ਖਿਲਾਫ ਐਕਸ਼ਨ ਦੀ ਮੰਗ ਕੀਤੀ ਸੀ, ਉਹਦੇ ਉੱਤੇ ਬ੍ਰਿਟੇਨ ਦੀ ਸਰਕਾਰ ਅੱਗੇ ਵਧ ਰਹੀ ਹੈ। ਇਹ ਮਾਮਲਾ ਕੈਨੇਡਾ ਤੇ ਭਾਰਤ ਦੇ ਵਿੱਚ ਹੀ ਨਹੀਂ, ਕੌਮਾਂਤਰੀ ਪੱਧਰ ਦੇ ਵਿੱਚ ਵੀ ਪੂਰੇ ਤਰੀਕੇ ਨਾਲ ਛਾਇਆ ਹੋਇਆ ਹੈ। I5 ਕੰਟਰੀਜ਼ ਜਿਹੜੀ ਇੰਟੈਲੀਜੈਂਸ ਕੰਟਰੀਜ਼ ਹੈਗੀਆਂ, ਉਹਦੇ ਵਿੱਚ ਵੀ ਇਸ ਇਨਵੈਸਟੀਗੇਸ਼ਨ ਨੂੰ ਅੱਗੇ ਵਧਾਉਣ ਦੀ ਕੁਝ ਖਬਰਾਂ ਮਿਲ ਰਹੀ ਹੈ। ਪਰ ਇਨਵੈਸਟੀਗੇਸ਼ਨ ਦੇ ਵਿੱਚ ਭਾਰਤ ਦੇ ਨਾਲ ਸੰਬੰਧ ਵਿਗੜਨਾ, ਇਹਦਾ ਵੀ ਚਰਚਾ ਹੈ ਕਿ ਵੀ ਜ਼ਿਆਦਾਤਰ ਜਿਹੜੇ ਡਿਵੈਲਪਡ ਨੇਸ਼ਨ ਨੇ ਜਾਂ I5 ਕੰਟਰੀਜ਼ ਨੇ, ਉਹ ਚਾਹੁੰਦੇ ਨੇ ਕਿ ਵੀ ਇਸ ਮੁੱਦੇ ਨੂੰ ਜਲਦੀ ਤੋਂ ਜਲਦੀ ਠੰਡਾ ਕੀਤਾ ਜਾਏ ਤਾਂ ਕਿ ਜਿਹੜਾ ਇੰਟਰਨੈਸ਼ਨਲ ਇੱਕ ਤਰੀਕੇ ਨਾਲ ਇੱਕ ਕਮਿਊਨਿਟੀ ਬਣਦੀ ਹੈ ਉਹਦੇ ਵਿੱਚ ਕੋਈ ਦਖਲ ਨਾ ਆਏ। ਇੰਦਰਪ੍ਰੀਤ ਜੀ, ਕਾਫੀ ਅਹਿਮ ਸਵਾਲ ਹੈ ਕਿ ਇਹ ਪਹਿਲੀ ਵਾਰੀ ਕੋਈ ਮਾਮਲਾ ਇਸ ਖਿੱਤੇ ਨਾਲ ਜੁੜਿਆ, ਕਿਉਂਕਿ ਬੇਸਿਕਲੀ ਤਾਂ ਇਸੇ ਧਰਾਤਲ ਤੋਂ ਤੁਰਦਾ ਹੈ ਨਾ ਕਿ ਜਿਹੜੀ ਖਾੜਕੂ ਲਹਿਰ ਆ ਜਾਂ ਖਾੜਕੂ ਲਹਿਰ ਦੇ ਨਾਲ ਜੁੜੇ ਮਾਮਲੇ ਨੇ ਉਹਨਾਂ ਨਾਲ ਇਹ ਮਾਮਲਾ ਸਿੱਧਾ ਜਾ ਜੁੜਦਾ ਹੈ। ਜੜ ਤਾਂ ਇਹਦੀ ਪੰਜਾਬ ਦੇ ਵਿੱਚ ਪਈ ਹੈ। ਸੋ ਕੋਈ ਐਸਾ ਮੁੱਦਾ ਜਿਹੜਾ ਇੰਟਰਨੈਸ਼ਨਲ ਪੱਧਰ ਤੇ ਇੰਨੀ ਪੁਖਤਗੀ ਨਾਲ ਡਿਸਕਸ ਕੀਤਾ ਜਾ ਰਿਹਾ, ਔਰ ਨੈਸ਼ਨਲ ਮੀਡੀਆ ਤਾਂ ਸਾਰਾ ਹੀ ਇਸ ਤੇ ਫੋਕਸ ਕਰਕੇ ਬੈਠਾ ਹੋਇਆ। ਵੈਸੇ ਮੈਂ ਇੱਕ ਥੋੜੀ ਦਰੁਸਤੀ ਕਰ ਦਿਆਂ, ਭਾਸਕਰ ਸਾਹਿਬ ਨੇ 68,000 ਜਾਂ 64,000 ਕਿਹਾ ਸੀਗਾ, 64,000 ਕਰੋੜ ਇੱਕ ਸਰਮਾਇਆ ਜਿਹੜਾ ਜਾਂਦਾ ਹੈ। ਮੈਂ ਇੰਦਰਪ੍ਰੀਤ ਜੀ ਜਿਸ ਗੱਲ ਤੇ ਆਉਣਾ ਚਾਹ ਰਿਹਾ ਉਹ ਇਹ ਹੈ ਕਿ ਜਦੋਂ ਕੈਨੇਡਾ ਨੇ ਇਹ ਕੰਸਰਨ ਸ਼ੋ ਕੀਤਾ ਪਾਰਲੀਮੈਂਟ ਦੇ ਵਿੱਚ, ਉਹਦੇ ਪ੍ਰਧਾਨ ਮੰਤਰੀ ਨੇ
ਆਪਣੇ ਦੇਸ਼ ਦੀ ਪ੍ਰਭੂ ਸੱਤਾ ਦਾ ਜ਼ਿਕਰ ਕਰਦਿਆਂ ਇਹ ਕਿਹਾ ਕਿ ਅਸੀਂ ਆਪਣੇ ਸਿਟੀਜ਼ਨ ਦੇ ਖਿਲਾਫ ਕਿਸੇ ਇਸ ਤਰ੍ਹਾਂ ਦੀ ਗੱਲ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਔਰ ਕਾਨੂੰਨ ਦੇ ਰਾਜ ਦਾ ਜ਼ਿਕਰ ਕੀਤਾ ਉਹਨਾਂ ਨੇ। ਇਸ ਮਾਮਲੇ ਨੇ ਜਦੋਂ ਕੱਲ ਨੂੰ ਅੱਗੇ ਵਧਣਾ, ਕਿਉਂਕਿ ਗੱਲ ਤਾਂ ਸਾਰੀ ਜਾਂਚ ਤੇ ਟਿੱਕੀ ਆ। ਹੁਣ ਵੀ ਜਸਟਿਨ ਟਰੂਡੋ ਇਹ ਕਹਿ ਰਿਹਾ ਕਿ ਇਹਦੀ ਜਾਂਚ ਵਿੱਚ ਸਹਿਯੋਗ ਕਰਨ ਲਈ ਕਿਹਾ, ਅਸੀਂ ਕਿਸੇ ਤਰ੍ਹਾਂ ਦੀ ਪ੍ਰੋਵੋਕੇਸ਼ਨ ਨਹੀਂ ਕਰ ਰਹੇ, ਅਸੀਂ ਭੜਕਾਹਟ ਨਹੀਂ ਪੈਦਾ ਕਰਨਾ ਚਾਹ ਰਹੇ ਸੀਗੇ, ਅਸੀਂ ਤਾਂ ਸਹਿਯੋਗ ਚਾਹ ਰਹੇ। ਹੁਣ ਅਲਟੀਮੇਟਲੀ ਹੁੰਦਾ ਕੀ ਹੈ ਕਿ ਜੇਕਰ ਕੱਲ ਨੂੰ ਤੁਸੀਂ, ਪਹਿਲੀ ਗੱਲ ਤਾਂ ਬਹੁਤ ਸਾਰੀਆਂ ਅਖਬਾਰਾਂ ਨੇ ਇਸ ਗੱਲ ਨੂੰ ਲਿਖਿਆ, ਨੈਸ਼ਨਲ ਇੰਟਰਨੈਸ਼ਨਲ ਪੱਧਰ ਤੇ ਕੁਝ ਜਿਹੜੇ ਐਡੀਟੋਰੀਅਲ ਨੇ, ਜਿਵੇਂ ਬਲੂਮਬਰਗ ਦਾ ਮੈਂ ਦੇਖ ਰਿਹਾ ਸੀਗਾ, ਉਹ ਕਹਿੰਦੇ ਨੇ ਕਿ ਇਹੋ ਜਿਹੀਆਂ ਸਥਿਤੀਆਂ ਦੇ ਵਿੱਚ ਜੇ ਕੁਝ ਗਲਤ ਸਾਬਤ ਹੁੰਦਾ ਹੈ ਤਾਂ ਫਿਰ ਨੇਸ਼ਨਸ ਨੂੰ ਪਾਬੰਦੀਆਂ ਦਾ ਸਾਹਮਣਾ ਕਰਨ ਲਈ ਵੀ ਤਿਆਰ ਰਹਿਣਾ ਪੈ ਸਕਦਾ। ਤੇ ਦੂਜੀ ਗੱਲ ਜਿਹੜੀ ਬਹੁਤ ਅਹਿਮ ਆ ਉਹ ਇਹ ਹੈ ਕਿ ਕੀ ਇਹ ਸਿਰਫ ਇੰਨਾ ਕੀ ਮਾਮਲਾ ਹੈ ਜਾਂ ਇਹਦੇ ਇੰਟਰਨੈਸ਼ਨਲੀ ਪਹਿਲਾਂ ਕੁਝ ਹੋਰ ਵੀ ਆਧਾਰ ਨੇ ਕਿ ਜਿਹੜੀ ਡਾਲਰ ਨਾਲ ਜੁੜੀਆਂ ਚੀਜ਼ਾਂ ਨੇ, ਜਿਹੜੀ ਭਾਰਤੀ ਕਰੰਸੀ ਦੇ ਵਿੱਚ ਲੈਣ ਦੇਣ ਸ਼ੁਰੂ ਹੋਇਆ ਇਸ ਤੋਂ ਪਹਿਲਾਂ, ਜਿਹੜਾ ਯੁੱਧ ਹੈ ਯੂਕਰੇਨ ਦਾ, ਉਸ ਤੋਂ ਬਾਅਦ ਰਸ਼ੀਅਨ ਕਰੰਸੀ, ਭਾਰਤੀ ਕਰੰਸੀ, ਐਕਸੈਪਟੈਂਸ, ਇਹ ਸਾਰੀਆਂ ਚੀਜ਼ਾਂ ਦੇ ਚੱਲਦਿਆਂ ਇਹ ਵੀ ਸਵਾਲ ਬਹੁਤ ਵੱਡੇ ਆ, ਜਾਂ ਭਾਰਤ ਆਪ ਵੀ ਇਹਨਾਂ ਰਾਹਾਂ ਤੇ ਚੱਲਣਾ ਚਾਹੁੰਦਾ, ਇਹ ਵੀ ਸਵਾਲ ਇੰਟਰਨੈਸ਼ਨਲ ਲੈਵਲ ਤੇ ਡਿਸਕਸ ਹੋ ਰਿਹਾ। ਖੈਰ, ਮੈਂ ਇੰਦਰਪ੍ਰੀਤ ਜੀ ਤੁਹਾਡੇ ਤੋਂ ਸਮਝਣਾ ਚਾਹੂੰਗਾ ਜੋ ਤੁਸੀਂ ਸਮਝਿਆ। ਰੰਧਾਵਾ ਸਾਹਿਬ, ਦੇਖੋ 2-3 ਚੀਜ਼ਾਂ ਆਪਾਂ ਇਸ ਤੇ ਡਿਸਕਸ ਕਰਦੇ ਹਾਂ। ਇੱਕ ਤਾਂ ਜਿਹੜੀ ਤੁਸੀਂ ਗੱਲ ਕੀਤੀ ਹੈਗੀ ਹੈ ਕਿ ਐਲੀਗੇਸ਼ਨਸ ਲਗਾਏ ਹੈ, ਐਲੀਗੇਸ਼ਨਸ ਤੇ ਸਬੂਤ ਦੇਣ ਦੇ ਵਿੱਚ ਬੜਾ ਫਰਕ ਹੈ। ਮੈਂ ਪਹਿਲੀ ਵਾਰ ਦੇਖਿਆ ਕਿ ਕਿਸੇ ਕੰਟਰੀ ਦੇ ਪ੍ਰਾਈਮ ਮਿਨਿਸਟਰ ਨੇ ਸਦਨ 'ਚ ਖੜ ਕੇ ਐਲੀਗੇਸ਼ਨਸ ਦੀ ਗੱਲ ਕੀਤੀ ਹੋਵੇ ਤੇ ਐਲੀਗੇਸ਼ਨਸ ਦੇ ਆਧਾਰ ਤੇ ਇੱਕ ਡਿਪਲੋਮੈਟ ਨੂੰ, ਉਹ ਵੀ ਐਡੇ ਵੱਡੇ ਕੰਟਰੀ ਦਾ ਡਿਪਲੋਮੈਟ, ਉਹਨਾਂ ਨੇ ਉਹਨੂੰ ਬਾਹਰ ਕੱਢਤਾ ਹੋਵੇ। ਸੋ ਜੇ ਤੁਸੀਂ ਜਿਹੜੀ ਸਬੂਤਾਂ ਦੀ ਗੱਲ ਕੀਤੀ, ਦੇਖੋ ਸਬੂਤ ਅਗਰ ਹੁੰਦੇ ਹੈ ਤਾਂ ਇਹ ਬਹੁਤ ਵੱਡੀ ਦਿੱਕਤ 'ਚ ਆ ਜਾਂਦੇ, ਪਰ ਸਬੂਤ ਤਾਂ ਉਹਨਾਂ ਨੇ ਕੋਈ ਦਿੱਤਾ ਹੀ ਨਹੀਂ। ਬਾਰ-ਬਾਰ ਜੇ ਅਸੀਂ 3-4 ਹੋਰ ਕੰਟਰੀ ਜਿਹੜਾ ਦੇ ਵੀ ਸਮਰਥਨ ਉਹਨਾਂ ਦਾ ਕੀਤਾ ਹੈ, ਉਹਨਾਂ ਨੇ ਵੀ ਇਹੀ ਕਿਹਾ ਵੀ ਮਾਮਲਾ ਸੰਗੀਨ ਹੈ, ਗੰਭੀਰ ਹੈ, ਇਹਦੇ ਤੇ ਜਾਂਚ ਹੋਣੀ ਚਾਹੀਦੀ ਹੈ। ਸੋ ਸਾਰੇ ਹੀ ਬੰਦੇ ਜਾਂਚ ਵੱਲ ਹੀ ਚੱਲ ਰਹੇ ਨੇ। ਤੇ ਸੋ ਜਾਂਚ ਕੰਪਲੀਟ ਹੋਣ ਤੋਂ ਪਹਿਲਾਂ ਇਸ ਕਿਸਮ ਦਾ ਐਲੀਗੇਸ਼ਨ ਜਿਸ ਤਰ੍ਹਾਂ ਦਾ ਟਰੂਡੋ ਸਾਹਿਬ ਨੇ ਲਗਾਇਆ, ਉਹ ਵੀ ਸਦਨ 'ਚ ਖੜ ਕੇ ਆਪਣੇ, ਤਾਂ ਉਹ ਬਹੁਤ ਹੀ ਮਤਲਬ ਗੈਰ ਵਾਜਿਬ ਹੈ। ਮੈਨੂੰ ਲੱਗਦਾ ਕਿ ਉਹਨਾਂ ਨੂੰ ਸਬੂਤਾਂ ਦੇ ਆਧਾਰ ਤੇ ਲਗਾਉਂਦੇ ਤਾਂ ਜ਼ਿਆਦਾ ਬੈਟਰ ਹੁੰਦਾ, ਤਾਂ ਭਾਰਤ ਵੀ ਉਸ ਦਾ ਜਵਾਬ ਦੇ ਸਕਦਾ ਸੀ, ਲੇਕਿਨ ਇਸ ਤਰ੍ਹਾਂ ਦਾ ਨਹੀਂ ਹੋਇਆ। ਦੂਜੀ ਗੱਲ ਇਹ ਹੈ ਕਿ ਦੋਨੋਂ ਕੰਟਰੀ ਜਿਹੜੇ ਹੈਗੇ ਹੈ, ਇੰਡੀਆ ਵੀ ਔਰ ਕੈਨੇਡਾ ਵੀ, ਅਸੀਂ ਅਗਰ ਤੁਸੀਂ ਦੇਖੀਏ ਇਕੱਲੇ ਸਟੂਡੈਂਟਸ ਵੀ ਦਾ ਉਹ ਨਾ ਕਰੀਏ ਜ਼ਿਕਰ, ਜਿਹੜਾ ਅਦਰਵਾਈਜ਼ ਜਿਹੜਾ ਸਾਡਾ ਵਪਾਰ ਹੁੰਦਾ ਹੈ ਕੋਈ ਚੀਜ਼ਾਂ ਦਾ, ਮੈਂ ਕੱਲ ਇੱਕ ਰਿਪੋਰਟ ਪੜ੍ਹ ਰਿਹਾ ਸੀਗਾ ਕਿ ਦੋਨੋਂ ਕੰਟਰੀਆਂ ਦਾ ਲਗਭਗ ਬਰਾਬਰ ਦਾ ਹੁੰਦਾ ਹੈ। ਯਾਨੀ ਕਿ ਜੇ 4 ਅਰਬ 10 ਕਰੋੜ ਦਾ ਡਾਲਰ ਦਾ ਜੇ ਅਸੀਂ ਸਮਾਨ ਉਹਨਾਂ ਨੂੰ ਦਿੰਦੇ ਹਾਂ ਤੇ 4 ਕਰੋੜ 10.5 ਡਾਲਰ ਦਾ ਉਹ ਸਾਨੂੰ ਦਿੰਦੇ ਆ, ਯਾਨੀ ਕਿ ਆਲਮੋਸਟ ਸੇਮ ਹੀ ਹੈ, ਕੋਈ ਜ਼ਿਆਦਾ ਫਰਕ ਨਹੀਂ ਹੈ। ਜਿਵੇਂ ਅਸੀਂ ਦਾਲਾਂ ਦੇ ਸਭ ਤੋਂ ਵੱਡੇ ਮਤਲਬ ਅਸੀਂ ਮੰਡੀ ਹੈ ਸਾਡੀ, ਅਸੀਂ ਸਾਰੀਆਂ ਦਾਲਾਂ ਜਿਹੜੀਆਂ ਨੇ ਸਭ ਤੋਂ ਜ਼ਿਆਦਾ ਕੈਨੇਡਾ ਤੋਂ ਮੰਗਵਾਉਂਦੇ ਹਾਂ। ਤਾਂ ਤੁਸੀਂ ਦੇਖੋ ਵੀ ਅਸੀਂ ਸਾਡੀ ਆਪਣੀ ਖਪਤ 230 ਲੱਖ ਟਨ ਹੈ ਦਾਲਾਂ ਦੀ, ਤੇ ਉਹ ਅਸੀਂ ਆਪਣੇ ਇੱਥੇ ਪੈਦਾ ਨਾ ਕਰਕੇ ਅਸੀਂ ਕੈਨੇਡਾ ਤੋਂ ਜਾਂ ਹੋਰ ਕੰਟਰੀਆਂ ਵੀ ਹੈਗੇ ਨੇ, ਲੇਕਿਨ ਕੈਨੇਡਾ ਸਾਡਾ ਸਭ ਤੋਂ ਵੱਡਾ ਮਤਲਬ ਇਸ ਤਰ੍ਹਾਂ ਦਾ ਦੁਕਾਨਦਾਰ, ਇੱਕ ਤਰ੍ਹਾਂ ਦਾ ਜਿਸ ਤੋਂ ਅਸੀਂ ਸਮਾਨ ਉਹ ਖਰੀਦਦੇ ਹਾਂ। ਸੋ ਇਹ ਦੋਨੋਂ ਮਤਲਬ ਪ੍ਰਭਾਵਿਤ ਹੋਊਗਾ। ਜਿਵੇਂ ਤੁਸੀਂ ਕਹਿ ਰਹੇ ਹੋ ਕਿ ਪਾਬੰਦੀਆਂ ਲੱਗ ਸਕਦੀਆਂ, ਤਾਂ ਪਾਬੰਦੀਆਂ ਫਿਰ ਉਹ ਜਿਹੜੇ ਹੈ ਵਪਾਰ ਨੂੰ ਵੀ ਪ੍ਰਭਾਵਿਤ ਕਰਦੀਆਂ ਨੇ। ਜਿਵੇਂ ਭਾਸਕਰ ਸਾਹਿਬ ਨੇ ਕਿਹਾ ਕਿ ਉਹਨਾਂ ਦੀਆਂ ਯੂਨੀਵਰਸਿਟੀਆਂ ਇੱਥੇ ਆਈਆਂ ਹੋਈਆਂ ਨੇ, ਤੇ ਉਹ ਯੂਨੀਵਰਸਿਟੀਆਂ ਇੱਥੇ ਦੇ ਸਟੂਡੈਂਟਸ ਨੂੰ, ਜਾਂ ਜਿਹੜੇ ਇਮੀਗ੍ਰੇਸ਼ਨ ਸੈਂਟਰਸ ਨੇ ਜਿਨ੍ਹਾਂ ਦੇ ਰਾਹੀਂ ਉਹ ਸਟੂਡੈਂਟਸ ਉਹਨਾਂ ਕੋਲੇ ਆਉਂਦੇ ਹੈ, ਉਹਨਾਂ ਨੇ ਕਿਹਾ ਤਾਂ ਵੀ ਹਜੇ ਜਿਹੜਾ ਜਨਵਰੀ 'ਚ ਮਤਲਬ ਸੈਸ਼ਨ ਸ਼ੁਰੂ ਹੋਣਾ ਹੈ, ਉਹਦੇ ਲਈ ਤੁਸੀਂ ਵੇਟ ਕਰੋ, ਅਸੀਂ ਮਈ ਵਾਲੇ ਸੈਸ਼ਨ 'ਚ ਦੇਖਾਂਗੇ ਜਿਹੜਾ ਅੱਗੇ ਸ਼ੁਰੂ ਹੋਏਗਾ। ਤੁਸੀਂ ਦੇਖੋ ਇੱਕ ਪਾਸੇ ਅਸੀਂ ਕਹਿ ਰਹੇ ਹਾਂ ਵੀ 68,000 ਕਰੋੜ ਰੁਪਇਆ ਜਿਹੜਾ ਫੀਸ ਦੇ ਰੂਪ 'ਚ ਉਹਨਾਂ ਨੂੰ ਜਾ ਰਿਹਾ ਹੈ। ਅੱਜ ਮੈਨੂੰ ਇੱਕ ਸਾਡੇ GST ਦੇ ਬਹੁਤ ਐਕਸਪਰਟ ਨੇ, ਅਨਿਲ ਸ਼ਰਮਾ ਜੀ, ਉਹਨਾਂ ਨੇ ਮੈਨੂੰ ਇੱਕੋ ਭੇਜਿਆ ਇਹੀ ਅੰਕੜਾ ਜਿਹੜਾ ਭਾਸਕਰ ਸਾਹਿਬ ਨੇ ਬੋਲਿਆ 68,000 ਕਰੋੜ। ਉਹਨਾਂ ਨੇ ਕਿਹਾ ਯਾਰ ਵੀ ਜੇ ਇੰਨਾ ਕਰੋ ਅਸੀਂ ਉੱਥੇ ਚੱਕ ਕੇ ਦੇਈ ਜਾਂਦੇ ਹਾਂ ਕੈਨੇਡਾ ਨੂੰ, ਜੇ 4 ਵਾਰ ਆਪਣੀ ਪੰਜਾਬ ਸਰਕਾਰ ਨੂੰ ਹੀ ਦੇ ਦਈਏ ਤਾਂ ਸਾਡਾ ਤਾਂ ਸਾਰਾ ਹੀ ਕਰਜ਼ਾ ਲੈ ਜੇ। ਤਾਂ ਮਤਲਬ ਉਹ ਇੱਕ ਹਾਦਸੇ 'ਚ ਉਹ ਕਰ ਰਹੇ ਸੀ, ਲੇਕਿਨ ਗੰਭੀਰ ਹੈ, ਇਸ਼ੂ ਗੰਭੀਰ ਹੈ ਕਿ 68,000 ਕਰੋੜ ਪੰਜਾਬ ਵਰਗੀ ਸਟੇਟ ਵਾਸਤੇ ਕੋਈ ਛੋਟੀ ਅਮਾਊਂਟ ਨਹੀਂ ਹੈ। ਇੰਦਰਪ੍ਰੀਤ ਜੀ, ਇੱਥੇ ਗੱਲ ਇਸ ਮੋੜ ਤੇ ਹੀ ਕਰਨੀ ਬਣਦੀ ਹੈ ਜਿੱਥੇ ਤੁਸੀਂ ਲਿਆਂਦੀ ਹੈ ਗੱਲ। ਤੁਹਾਨੂੰ ਨਹੀਂ ਲੱਗਦਾ ਕਿ ਬੜੀ ਦੁੱਖ ਦੀ ਨਬਜ਼ ਤੇ ਹੱਥ ਰੱਖਿਆ ਭਾਰਤ ਸਰਕਾਰ ਨੇ? ਜਿਹੜਾ
ਵੀਜ਼ਾ ਰੋਕਿਆ, ਇਹਨਾਂ ਨੂੰ ਲੱਗਦਾ ਸੀ ਟਿਟ ਫॉर ਟੈਟ ਦੇ ਨਜ਼ਰੀਏ ਤੋਂ ਉਹ ਵੀ ਰੋਕਣ, ਹੁਣ ਰੋਕ ਕੇ ਤਾਂ ਦਿਖਾਉਣ। ਨੰਬਰ 1। ਨੰਬਰ ਇਹਨਾਂ ਨੇ ਕਿਹਾ ਆਪਣਾ ਸਟਾਫ ਘੱਟ ਕਰੋ, ਮਤਲਬ ਸਟਾਫ ਘੱਟ ਕਰਨਾ ਮਤਲਬ ਵੀਜ਼ਾ ਪ੍ਰੋਸੈਸ ਹੋਰ, ਜਿੱਦਾਂ ਕਰੋਨਾ ਵੇਲੇ ਬਹੁਤ ਡਿਲੇ ਹੋ ਗਿਆ, ਬੱਚਿਆਂ ਨੂੰ ਮਿਲ ਹੀ ਨਹੀਂ ਸੀ ਰਹੇ 2-2 ਸੈਸ਼ਨ ਪਿੱਛੇ। ਸੋ ਉਹਨਾਂ ਨੇ ਨਬਜ ਤੇ ਇੱਥੇ ਦੁੱਖ ਦੀ ਤੇ ਰੱਖ ਰੱਖਿਆ ਵੀ ਹੁਣ ਆਓ ਜਰਾ, ਟਿਟ ਫॉर ਟੈਟ ਕੀ ਹੁੰਦਾ ਹੁਣ ਕਰੋ, ਜਰਾ ਕਰੋ ਜਰਾ ਟਰੂਡੋ ਸਾਹਿਬ ਬੰਦ ਵੀਜ਼ੇ। ਇੱਕ ਤਾਂ ਪੰਜਾਬ ਚੋਂ ਵਿਰੋਧ ਸਾਹਮਣਾ ਕਰਨਾ ਪਊਗਾ, ਲੋਕ ਗਲ ਪੈਣਗੇ ਤੁਹਾਡੇ ਉੱਥੇ ਵੀ ਜਿਨ੍ਹਾਂ ਦੇ ਰਿਸ਼ਤੇਦਾਰ ਬੈਠੇ ਆ, ਜਿਹੜੇ ਕਹਿਣਗੇ ਸਾਡੇ ਪਲਾਨ ਜਿਹੜੇ ਸੀਗੇ ਉਹ ਸਾਰੇ ਚੌਪਟ ਹੋ ਗਏ। ਭਾਰਤ ਸਰਕਾਰ ਨੇ, ਕਿਉਂਕਿ ਜਿਹੜੇ ਉੱਥੋਂ ਇੱਧਰ ਆਉਣੇ ਉਹਨਾਂ ਕੋਲ ਤਾਂ ਬਹੁਤਿਆਂ ਕੋਲ ਵੀਜ਼ੇ ਆਲਰੇਡੀ ਹੈਗੇ ਆ, ਜਿਹੜੇ ਉਹ ਬਹੁਤ ਥੋੜੇ ਗਿਣਤੀ ਦੇ ਵਿੱਚ ਆ ਜਿਨ੍ਹਾਂ ਨੂੰ ਭਾਰਤ ਨੇ ਵੀਜ਼ੇ ਦੇਣੇ ਆ, ਤੇ ਬਹੁਤੇ ਈ ਵੀਜ਼ੇ ਹੁੰਦੇ ਜੇ, ਬਾਕੀ ਸਾਰੀਆਂ ਗੱਲਾਂ। ਲੇਕਿਨ ਜੇ ਕੈਨੇਡੀਅਨ ਸਟਾਫ ਘਟਾਉਣਾ ਪੈ ਗਿਆ ਇਹਨਾਂ ਅੰਬੈਸੀਆਂ ਦੇ ਵਿੱਚੋਂ, ਤਾਂ ਫਿਰ ਜਿਹੜੀ ਆਰਥਿਕਤਾ ਤੇ ਸੱਟ ਵੱਜਣੀ ਆ, ਜਿਹੜੇ ਉੱਥੇ ਕਾਲਜਸ ਦੇ ਯੂਨੀਵਰਸਿਟੀਜ਼ ਤੇ ਦਬਾਅ ਪੈਣੇ ਆ, ਕੈਂਪਸ ਖਾਲੀ ਹੋਣੇ ਆ, ਘਰ ਜਿਹੜੇ ਕਿਰਾਏ ਲਈ ਲੋਕਾਂ ਤਿਆਰ ਕੀਤੇ ਹੁੰਦੇ, ਸਜਾ ਕੇ ਰੱਖੇ ਹੁੰਦੇ ਆ ਵੀ ਆ ਗਿਆ ਜਨਵਰੀ ਇਨਟੇਕ, ਮਈ ਇਨਟੇਕ, ਸਤੰਬਰ ਵਾਲੇ ਆ ਗਏ। ਸੋ ਉਹ ਜਿਹੜੀ ਸਾਰੀ ਉਹਨਾਂ ਦੀ ਅਰਥ ਵਿਵਸਥਾ ਐਸ ਨੈਸ ਵੀ ਹੁੰਦੀ ਹੈ, ਪਰ ਇੰਟਰਨੈਸ਼ਨਲ ਲੈਵਲ ਤੇ ਕੋਈ ਪਰਵਾਹ ਨਹੀਂ ਕਰਦਾ, ਪਰ ਇਹਨਾਂ ਨੇ ਸੱਟ ਜ਼ਰੂਰ ਮਾਰੀ ਟਿਕਾਣੇ। ਬਿਲਕੁਲ ਰੰਧਾਵਾ ਸਾਹਿਬ, ਤੁਸੀਂ ਬਿਲਕੁਲ ਠੀਕ ਕਿਹਾ ਕਿ ਜਿਹੜੀ ਕੈਨੇਡਾ ਦੀ ਇਸ ਟਾਈਮ ਦੁੱਖ ਦੀ ਲੱਗ ਹੈ ਉਹ ਇਹੀ ਹੈ, ਕਿਉਂਕਿ ਉੱਥੇ ਇਸ ਟਾਈਮ ਬਹੁਤ ਰਿਸੈਸ਼ਨ ਆਇਆ ਹੋਇਆ, ਬਹੁਤ ਜ਼ਿਆਦਾ ਰਿਸੈਸ਼ਨ ਹੈ ਉੱਥੇ, ਤੇ ਕਿਰਾਏ ਭਾੜੇ ਬਹੁਤ ਮਹਿੰਗੇ ਹੋ ਗਏ ਇਹਨਾਂ ਕਰਕੇ। ਪਰ ਜੇ ਸਮਝੋ ਇਹੀ ਬਾਹਰ ਨਿਕਲ ਜਾਣ ਉੱਥੋਂ, ਮਤਲਬ ਸਾਡਾ ਸਟੂਡੈਂਟ ਹੀ ਉੱਥੇ ਨਾ ਜਾਏ, ਇੰਡੀਆ ਤੋਂ ਹੀ ਬਹੁਤ ਜਿਹੜਾ ਸਟੂਡੈਂਟ ਜਾ ਰਿਹਾ ਉਹੀ ਨਾ ਜਾਏ, ਤਾਂ ਉਹਨਾਂ ਦੇ ਕਿਰਾਏ ਜਿਹੜੇ ਇੱਕਦਮ ਕ੍ਰੈਸ਼ ਹੋ ਜਾਣਗੇ। ਪਰ ਕਿਉਂਕਿ ਉਹ ਲੋਨ ਆਲਰੇਡੀ ਲੈ ਚੁੱਕੇ ਨੇ ਉੱਥੇ ਦੇ ਲੋਕ, ਕਿਰਾਏ ਤੇ ਮਕਾਨ ਜਿਹੜੇ ਦਿੱਤੇ ਨੇ ਉਹ ਲੋਨ ਲੈ ਕੇ ਹੀ ਬਣਾਏ ਹੋਏ ਨੇ, ਤਾਂ ਉਹਨਾਂ ਦੀਆਂ ਕਿਸ਼ਤਾਂ ਜਦੋਂ ਤਾਰਨੀਆਂ ਪੈਣਗੀਆਂ ਤਾਂ ਉਹ ਬਹੁਤ ਦਿੱਕਤ ਆਏਗੀ। ਤਾਂ ਇਹਦਾ ਪ੍ਰੈਸ਼ਰ ਜਿਹੜਾ ਹੈਗਾ ਉਹ ਟਰੂਡੋ ਸਰਕਾਰ ਤੇ ਰਹੇਗਾ ਹੀ ਰਹੇਗਾ। ਅੱਜ ਅਸੀਂ ਆਪਣੇ ਜਾਗਰਣ 'ਚ ਇਹ ਕੀ ਖਬਰ ਵੀ ਕੀਤੀ ਹੈ ਵੀ ਇਹ ਕੋਈ ਜੋ ਫੈਸਲਾ ਹੈ ਇਹ ਕੋਈ ਐਡਾ ਉਸ ਤਰ੍ਹਾਂ ਦਾ ਫੈਸਲਾ ਲਿਆ ਹੋਇਆ ਨਹੀਂ ਹੈ, ਇਹ ਟਰੂਡੋ ਸਾਹਿਬ ਨੂੰ ਉੱਥੇ ਦਿੱਕਤ ਚ ਆ ਜਾਣੇ ਆ। ਉਹ ਦੂਜੀ ਗੱਲ, ਮੈਂ ਜਿਹੜੀ ਭਾਸਕਰ ਸਾਹਿਬ ਦੀ ਇੱਕ ਹੋਰ ਮੈਂ ਪਕੜੀ ਸੀ ਗੱਲ, ਮੈਂ ਇਸੇ ਤੇ ਇੱਕ ਖਬਰ ਕਰ ਰਿਹਾ ਸੀਗਾ, ਅੱਜ ਸਾਡੇ ਛਪੀ ਵੀ ਹੈ, ਕਿ ਜਿਹੜੀ ਗੁਰਪਤਵੰਤ ਪੰਨੂ ਨੇ ਪਰਸੋਂ ਸਟੇਟਮੈਂਟ ਦਿੱਤੀ ਹੈ, ਮੈਂ ਕੱਲ ਵੀ ਕਿਹਾ ਸੀ ਵੀ ਉਹ ਬੜੀ ਵਾਹੀਆਤ ਸਟੇਟਮੈਂਟ ਹੈ ਕਿਸੇ ਵੀ ਉਹਦੀ ਕਮਿਊਨਿਟੀ ਵਾਸਤੇ। ਤੁਸੀਂ ਦੇਖੋ, ਕੱਲ ਮੈਂ ਘੱਟੋ ਘੱਟ ਨਹੀਂ ਤਾਂ 10 ਤੋਂ 12 ਪੇਰੈਂਟਸ ਜਿਹੜੇ ਹੈਗੇ ਨੇ, ਜਿਹੜੇ ਹਿੰਦੂ ਵਰਗ ਨਾਲ ਸੰਬੰਧਿਤ ਨੇ, ਉਹਨਾਂ ਨਾਲ ਗੱਲ ਕੀਤੀ, ਤਾਂ ਉਹਨਾਂ ਨੇ ਕਿਹਾ ਯਾਰ ਕਿ ਪਹਿਲਾਂ ਨਾ ਅਸੀਂ ਇਸ ਗੱਲ ਤੋਂ ਬੜੇ ਚਿੰਤਿਤ ਸੀਗੇ, ਜੇ ਆਪਾਂ ਇਸ ਐਪੀਸੋਡ ਨੂੰ ਛੱਡ ਦਈਏ 10, 15, 20 ਦਿਨ ਤੁਸੀਂ ਪਿੱਛੇ ਚਲੇ ਜਾਓ ਤਾਂ ਹਰ ਰੋਜ਼ ਕੋਈ ਨਾ ਕੋਈ ਖਬਰ ਆ ਰਹੀ ਸੀ ਕਿ ਕੈਨੇਡਾ ਦੇ ਵਿੱਚ ਕੋਈ ਨਾ ਕੋਈ ਸਟੂਡੈਂਟ ਹਾਰਟ ਅਟੈਕ ਨਾਲ ਉਹਦੀ ਡੈਥ ਹੋ ਰਹੀ ਹੈ। ਉਹ ਕਹਿੰਦੇ ਅਸੀਂ ਤਾਂ ਉਸੇ ਤੋਂ ਹੀ ਬੜੇ ਪਰੇਸ਼ਾਨ ਹੋਏ ਪਏ ਸੀ ਵੀ ਇਹ ਹੋ ਕੀ ਰਿਹਾ ਉੱਥੇ, ਇੰਨੇ ਹਾਰਟ ਅਟੈਕ ਕਿਵੇਂ ਹੋਈ ਜਾ ਰਹੇ ਆ ਲਗਾਤਾਰ, ਉਹ ਵੀ ਯੰਗ ਬੱਚਿਆਂ ਨੂੰ। ਇਹਦਾ ਮਤਲਬ ਉੱਥੇ ਕੋਈ ਦਿੱਕਤ ਹੈ ਜੋ ਅਸੀਂ ਸਮਝ ਨਹੀਂ ਪਾ ਰਹੇ ਹਾਂ। ਤਾਂ ਅਸੀਂ ਆਪਣੇ ਬੱਚਿਆਂ ਨੂੰ ਵਾਪਸ ਬੁਲਾਉਣ ਦੀ ਸੋਚ ਰਹੇ ਸੀ, ਕਿ ਮੈਂ ਕੱਲ ਵੀ ਕਿਹਾ ਸੀਗਾ ਵੀ ਦੇਖੋ ਸਾਰੇ ਹੀ ਪੇਰੈਂਟਸ ਲਗਭਗ ਅੱਜ ਕੱਲ੍ਹ ਬਹੁਤ ਜ਼ਿਆਦਾ ਜਿਹੜੇ ਪੰਜਾਬ ਖਿੱਤੇ ਦੇ ਖਾਸ ਤੌਰ ਤੇ ਸਿੰਗਲ ਚਾਈਲਡ ਹੀ ਨੇ, ਜੇ ਉਹਨਾਂ ਦਾ ਇੱਕ ਬੱਚਾ ਵੀ ਜਿਹੜਾ ਹੈਗਾ ਉਹ ਵੀ ਉੱਥੇ ਮਤਲਬ ਹਾਰਟ ਅਟੈਕ ਨਾਲ ਮਰ ਰਿਹਾ ਤਾਂ ਉਹਨਾਂ ਨੂੰ ਬੜੀ ਦਿੱਕਤ, ਉਹ ਬੜੇ ਪਰੇਸ਼ਾਨ ਸੀ ਇਸ ਗੱਲ ਦੇ। ਪਰ ਕਹਿੰਦੇ ਹੁਣ ਤਾਂ ਯਾਰ ਆਹ ਨਵਾਂ ਹੀ ਉਹ ਛੁੱਟ ਗਿਆ, ਤੇ ਮੈਂ ਮਤਲਬ 4 ਮਾਵਾਂ ਨੇ ਘੱਟੋ ਘੱਟ ਇਹ ਕਿਹਾ ਵੀ ਮੈਂ ਮਤਲਬ ਸੋ ਨਹੀਂ ਸਕੀ ਪਿਛਲੇ 2 ਦਿਨ ਤੋਂ, ਕਿਉਂਕਿ ਉੱਥੇ ਰਾਤ ਹੁੰਦੀ, ਇੱਥੇ ਦਿਨ ਹੁੰਦਾ, ਬੜਾ ਫਰਕ ਹੁੰਦਾ। ਤੇ ਜਦੋਂ ਬਾਰ-ਬਾਰ ਉਹਨਾਂ ਨੂੰ ਮੈਸੇਜ ਕਰਦੇ ਆ ਬੱਚਿਆਂ ਨੂੰ ਆਪਣੇ, ਉਹ ਵੀ ਪਰੇਸ਼ਾਨ ਹੋ ਜਾਂਦੇ ਵੀ ਇੱਥੇ ਇਹੋ ਜਿਹਾ ਕੁਝ ਹੈ ਨਹੀਂ ਹੈ, ਤੁਸੀਂ ਕਿਉਂ ਪਰੇਸ਼ਾਨ ਹੋ ਰਹੇ ਹੋ, ਖਿੱਚ ਕੇ ਪੈਂਦੇ ਅੱਗੋਂ। ਪਰ ਲੇਕਿਨ ਉਹ ਪੇਰੈਂਟਸ ਦੀ ਤੁਸੀਂ ਉਹ ਸਮਝੋ। ਮੈਂ ਉਹਨਾਂ ਨੂੰ ਕਿਹਾ ਕਿ ਮੈਂ ਤੁਹਾਨੂੰ ਕੋਟ ਕਰਦਾ ਇਹਦੇ ਤੇ, ਉਹਨਾਂ ਨੇ ਕਿਹਾ ਨਾ ਬਿਲਕੁਲ ਕੋਟ ਨਹੀਂ ਕਰਨਾ, ਸਾਡਾ ਨਾਂ ਕਿਤੇ ਨਹੀਂ ਆਉਣਾ ਚਾਹੀਦਾ, ਕਿਉਂਕਿ ਜੇ ਤੁਸੀਂ ਕੋਟ ਕਰਤਾ ਤਾਂ ਇਹ ਉੱਥੇ ਸਾਡੇ ਬੱਚਿਆਂ ਨੂੰ ਪਰੇਸ਼ਾਨ ਕਰਨਗੇ। ਤੁਸੀਂ ਉਹਨਾਂ ਮਾਪਿਆਂ ਦੀ ਤੁਸੀਂ ਪੀੜਾ ਨੂੰ ਸਮਝ ਕੇ ਦੇਖੋ ਕਿ ਕਿੰਨੇ ਪਰੇਸ਼ਾਨ ਨੇ ਉਹ ਇਸ ਟਾਈਮ, ਕਿ ਬੱਚੇ ਉੱਥੇ ਫਸੇ ਪਏ ਨੇ, ਕੱਲਾ ਬੱਚਾ ਹੈ, ਕੋਈ ਉਹ ਸੰਗੀ ਸਾਥੀ ਨਹੀਂ ਹੈ ਉਹਦੇ ਕੋਲੇ, ਤੇ ਇਸ ਕਿਸਮ ਦੀ ਵਿਪਦਾ ਆ ਗਈ, ਕੱਲ ਨੂੰ ਇਹ ਹੋਰ ਵੱਧਦੀਆਂ। ਮੰਨ ਲਓ ਫਲਾਈਟਸ ਬੰਦ ਹੋਣ ਦੀ ਵੀ ਗੱਲ ਹੋ ਜਾਂਦੀ ਹੈ, ਵੀ ਫਲਾਈਟਾਂ ਵੀ ਅਸੀਂ ਨਹੀਂ ਜਾਣ ਦੇਣੀਆਂ, ਨਾ ਕੈਨੇਡਾ ਵਾਲੇ ਕਹਿਣ ਤੇ ਨਾ ਹੀ ਇੰਡੀਆ ਵਾਲੇ ਕਹਿਣ ਵੀ ਅਸੀਂ ਨਹੀਂ ਇੱਕ ਦੂਜੇ ਨੂੰ ਫਲਾਈਟ ਭੇਜੀ। ਤਾਂ ਤੁਸੀਂ ਦੇਖੋ ਵੀ ਉਹ ਪੇਰੈਂਟਸ ਵਿਚਾਰਿਆਂ ਦਾ ਹਾਲ ਕੀ ਹੋਊਗਾ। ਤਾਂ ਇਹ ਜਿਹੜੀਆਂ ਚੀਜ਼ਾਂ ਨੇ ਨਾ, ਇਹਨਾਂ ਨੂੰ ਵੀ ਬਹੁਤ ਸਮਝਣ ਦੀ ਲੋੜ ਹੈ। ਕੋਈ ਵੀ ਦੇਖੋ ਪੋਲੀਟੀਕਲ ਉਹ ਇਸ਼ੂਜ਼ ਹੋ ਸਕਦੇ ਨੇ, ਕਿ ਇਹ ਪੋਲੀਟੀਕਲ ਮਾਮਲੇ ਨੇ, ਕੋਈ ਜਿਵੇਂ ਭਾਸਕਰ ਸਾਹਿਬ ਨੇ ਕਿਹਾ ਵੀ 2 ਬਿੱਲੀਆਂ ਦੀ ਲੜਾਈ ਹੈ, ਥੋੜੀ ਦੇਰ ਤੱਕ ਸ਼ਾਂਤ ਹੋ ਜਾਏਗੀ, ਪਰ ਉਸ ਸ਼ਾਂਤੀ ਦੇ ਵਿੱਚ ਉਹ ਸ਼ਾਂਤੀ ਕਦੋਂ ਆਊਗੀ ਉਹ ਇੱਕ ਸੈਪਰੇਟ ਇਸ਼ੂ ਹੈ। ਪਰ ਉਸ ਤੋਂ ਪਹਿਲਾਂ ਤੱਕ ਜਿਹੜੀ ਯਾਤਨਾ ਦੇ ਵਿੱਚੋਂ ਉਹਨਾਂ ਪੇਰੈਂਟਸ ਨੂੰ ਨਿਕਲਣਾ ਪਊਗਾ, ਉਸ ਨੂੰ ਵੀ ਸਾਨੂੰ ਸਮਝਣਾ ਚਾਹੀਦਾ ਹੈ। ਹਰ ਚੀਜ਼ ਪੋਲੀਟੀਕਲਾਈਜ਼ ਨਹੀਂ ਕਰਨੀ ਚਾਹੀਦੀ। ਵਪਾਰ ਕਿੰਨਾ ਤਬਾਹ ਹੋ ਜਾਂਦਾ ਹੈ, ਲੋਕਾਂ ਨੇ
ਕਿੰਨੀਆਂ ਲਿਮਟਾਂ ਚੱਕ ਰੱਖੀਆਂ ਨੇ, ਉਹਨਾਂ ਦਾ ਤਾਂ ਮਕਸਦ ਆਪਣੇ ਵਪਾਰ ਨਾਲ ਸੰਬੰਧਿਤ ਹੈ। ਸੋ ਉਹ ਸਾਰੀਆਂ ਪੀੜਾਂ ਨੂੰ ਵੀ ਮੈਨੂੰ ਲੱਗਦਾ ਸਾਨੂੰ ਦੇਖਣਾ ਚਾਹੀਦਾ। ਇੰਦਰਪ੍ਰੀਤ ਜੀ, ਕਈ ਵਾਰੀ ਸਾਨੂੰ ਬੜੇ ਤਲਖ ਕਮੈਂਟਸ ਦਾ ਔਰ ਤਲਖ ਟਿੱਪਣੀਆਂ ਦਾ ਸਾਹਮਣਾ ਕਰਨਾ ਪੈਂਦਾ, ਔਰ ਉਹ ਟਿੱਪਣੀਆਂ ਹੁੰਦੀਆਂ ਨੇ ਇਸ ਕਰਕੇ ਕਿਉਂਕਿ ਕੁਝ ਲੋਕਾਂ ਨੂੰ ਭਾਵਨਾਤਮਕ ਵੇਗ ਚਿੰਜ ਲੱਗਦਾ ਕਿ ਜੋ ਜਸਟਿਨ ਟਰੂਡੋ ਕਹਿ ਰਿਹਾ ਹਿਊਮਨ ਰਾਈਟਸ ਦੀ ਵਾਇਓਲੇਸ਼ਨ ਹੋਈ ਆ, ਉਹਨਾਂ ਕੋਲ ਕੋਈ ਬਹੁਤ ਪੁਖਤਾ ਹੋਊਗਾ ਤਾਂ ਹੀ ਉਹ ਕਹਿ ਰਹੇ ਨੇ। ਔਰ ਆਮ ਤੌਰ ਤੇ ਕੱਲ ਕੁਝ ਵੱਡੀਆਂ ਅਖਬਾਰਾਂ ਦਾ ਹਮੀਰ ਸਿੰਘ ਹੋਰਾਂ ਜ਼ਿਕਰ ਵੀ ਕੀਤਾ ਸੀ ਕਿ ਉਹਦੇ ਐਡੀਟੋਰੀਅਲ ਇਹੀ ਕਹਿੰਦੇ ਆ ਕਿ ਇਹਨਾਂ ਲੋਕਾਂ ਦੀ ਕ੍ਰੈਡੀਬਿਲਿਟੀ ਆ ਕਿ ਝੂਠ ਨਹੀਂ ਬੋਲਦੇ, ਜੇ ਉਹਨਾਂ ਕੋਲ ਕੋਈ ਤੱਥ ਹੋਣਗੇ ਤਾਂ ਫੇਰ ਹੀ ਉਹਨਾਂ ਅੱਗੇ ਪੇਸ਼ ਕੀਤੇ। ਪਰ ਮੈਂ ਇਸ ਗੱਲ ਤੇ ਖੜਾ ਹੈ ਕਿ ਜਦੋਂ ਜਸਟਿਨ ਟਰੂਡੋ ਅਜੇ ਜਾਂਚ ਕਿਸ ਦੌਰ ਤੇ ਕਿਸ ਸਟੇਜ ਤੇ ਆ ਇਹ ਦੱਸੇ ਬਿਨਾਂ ਇਹ ਕਹਿ ਕੇ ਕਿ ਸਾਡੇ ਕੋਲ ਸੂਚਨਾ ਹੈ ਕਿ ਇਹਦੇ ਵਿੱਚ ਭਾਰਤੀ ਏਜੰਸੀਆਂ ਦੇ ਏਜੰਟਾਂ ਦਾ ਹੱਥ ਹੈ, ਇਹ ਕਹਿ ਕੇ ਪੂਰਾ ਮੈਸ ਕ੍ਰੀਏਟ ਕਰ ਦਿੰਦੇ ਆ। ਮਾਮਲਾ ਉਹ ਵੀ ਹਿਊਮਨ ਰਾਈਟਸ ਦਾ ਹੈ, ਉਹਨਾਂ ਦੀ ਪ੍ਰਭੂ ਸੱਤਾ ਦਾ, ਉਹਨਾਂ ਦੇ ਆਪਣੇ ਕਾਨੂੰਨ ਦਾ, ਮੰਨ ਲਿਆ, ਲੇਕਿਨ ਉਹਨਾਂ ਕੋਲ ਲੱਖਾਂ ਦੀ ਤਾਦਾਦ ਦੇ ਵਿੱਚ ਤੇ ਸਾਡੇ ਵਾਲੇ ਪਾਸੇ ਲੱਖਾਂ ਦੀ ਤਾਦਾਦ ਦੇ ਵਿੱਚ ਉਹ ਲੋਕ ਨੇ ਜਿਨ੍ਹਾਂ ਦੇ ਹਿਊਮਨ ਰਾਈਟਸ ਹੁਣ ਕਤਲ ਹੋਣਗੇ। ਸਵਾਲ ਇਸ ਗੱਲ ਦਾ ਹੈ ਕਿ ਜਸਟਿਨ ਟਰੂਡੋ ਜੇਕਰ ਕਿਸੇ ਪੁਖਤਾ ਜਾਣਕਾਰੀ ਦੇ ਆਧਾਰ ਤੇ ਨਹੀਂ, ਸਬੂਤਾਂ ਦੇ ਆਧਾਰ ਤੇ ਭਾਰਤ ਸਰਕਾਰ ਦੇ ਨਾਲ ਸੰਪਰਕ ਵਿੱਚ ਆਉਂਦੇ, ਪਬਲਿਕ ਡੋਮੇਨ 'ਚ ਲਿਆਏ ਬਿਨਾਂ ਥੱਲੇ ਦੇ ਪੱਧਰ ਤੇ ਪੂਰਾ ਕਰਕੇ ਜੇਕਰ ਭਾਰਤ ਸਰਕਾਰ ਸਪੋਰਟ ਨਹੀਂ ਕਰਦੀ, ਹੁੰਗਾਰਾ ਨਹੀਂ ਭਰਦੀ, ਫਿਰ ਉਹਨਾਂ ਨੂੰ ਜਨਤਕ ਤੌਰ ਤੇ ਆਉਣਾ ਚਾਹੀਦਾ ਸੀਗਾ। ਭਾਸਕਰ ਸਾਹਿਬ, ਇਹ ਮਾਮਲਾ ਇੱਥੇ ਛੱਡ ਦਿੰਦੇ ਆ। ਵੈਸੇ ਅਗਲੇ ਦਿਨਾਂ ਥੋੜਾ ਜਿਹਾ ਮੈਂ ਕਹਿਣਾ ਚਾਹੂੰਗਾ ਕਿਉਂਕਿ ਇੰਦਰਪ੍ਰੀਤ ਉਹਨਾਂ ਨੇ ਗੱਲ ਉੱਥੇ ਦੀ ਇਕਨੋਮੀ ਦੀ ਕੀਤੀ। ਵਾਕਈ ਜੇ 2 ਸੈਸ਼ਨ ਯਾਨੀ ਜਨਵਰੀ ਤੇ ਮਈ ਇਨਟੇਕ ਅਗਰ ਉੱਥੇ ਕੈਨੇਡਾ ਦੇ ਵਿੱਚ ਨਹੀਂ ਹੋਈ ਤੇ ਇਕਨੋਮਿਕ ਕ੍ਰਾਈਸਿਸ ਆਉਣ ਦੇ ਖਤਰੇ ਹੈਗੇ ਆ। ਹਜੇ ਵੀ ਜਿਹੜੇ ਸਟੂਡੈਂਟਸ ਗਏ ਹੋਏ ਨੇ ਨਾ ਉੱਥੇ, ਉਹ ਜਿੰਨੇ ਕੁ ਪੈਸੇ ਕਮਾਉਂਦੇ ਨੇ ਉਸ ਤੋਂ ਵੱਧ ਆ ਉੱਥੇ ਖਰਚਾ ਕਰਦੇ ਨੇ। ਜੇ ਆਪਾਂ ਕਹੀਏ ਨਾ ਕੈਨੇਡਾ ਦੇ ਵਿੱਚ ਇਕਨੋਮੀ ਚੱਲ ਕਿੱਦਾਂ ਰਹੀ ਹੈ, ਇਹ ਹੀ ਆ ਜਿਹੜੇ ਬੱਚੇ ਜਿੰਨੇ ਕਮਾਉਂਦੇ ਨੇ, ਮੈਂ ਜਿਸ ਤਰ੍ਹਾਂ ਪਹਿਲੇ ਕਹਿ ਰਿਹਾ ਗਰੋਸਰੀ ਬੜੀ ਮਹਿੰਗੀ ਹੈ, ਔਰ ਹੁਣ ਗੱਲ ਆਈ ਸਬੂਤਾਂ ਦੀ, ਕਿਉਂਕਿ ਅਕਸਰ ਜਸਟਿਨ ਟਰੂਡੋ ਨੂੰ ਇਹ ਚੈਲੰਜ ਹੋ ਰਿਹਾ ਆਪਣੀ ਪਾਰਟੀ ਦੇ ਐਮਪੀਜ਼ ਦੇ ਵੱਲੋਂ ਵੀ ਔਰ ਵਿਰੋਧੀ ਪਾਰਟੀਆਂ ਦੇ ਐਮਪੀਜ਼ ਵੱਲੋਂ ਵੀ, ਇੰਡੀਆ ਵੱਲੋਂ ਵੀ ਔਰ ਕੌਮਾਂਤਰੀਆ ਪੱਧਰ ਤੇ ਵੀ। ਅਗਰ ਜਸਟਿਨ ਟਰੂਡੋ ਉਹਨਾਂ ਦੀ ਇਸ ਗੱਲ ਨੂੰ ਸੱਚ ਮੰਨੀਏ ਕਿ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਨਾਲ G20 ਦੀ ਮੀਟਿੰਗ ਦੇ ਦੌਰਾਨ ਇਹ ਗੱਲ ਕੀਤੀ ਸੀ ਔਰ ਆਪਣੇ 5 ਨੇਬਰਿੰਗ ਕੰਟਰੀਜ਼ ਜਿਹਨੂੰ ਕਹੀਏ ਜਾਂ ਆਪਣੀ ਗਰੁੱਪ ਵਾਲੀ ਕੰਟਰੀਜ਼, ਉਹਦੇ ਵਿੱਚ ਵੀ ਗੱਲ ਕੀਤੀ ਸੀ ਕਿ ਸ਼ਾਇਦ ਉੱਥੇ ਬਿਨਾਂ ਸਬੂਤਾਂ ਦੇ ਆਧਾਰ ਦੇ ਉੱਤੇ ਕੋਈ ਗੱਲ ਨਹੀਂ ਹੋਏ। ਕਈ ਵਾਰ ਸਬੂਤਾਂ ਨੂੰ ਜਾਣਬੁੱਝ ਕੇ ਅੱਗੇ ਨਹੀਂ ਵਧਾਇਆ ਜਾਂਦਾ ਕਿਉਂਕਿ ਲੜਾਈ ਇੰਨੀ ਕੁ ਵੱਧ ਜਾਣੀ ਹੈ ਕਿ ਬਾਅਦ ਚੋਂ ਇਹ ਲੜਾਈ ਵਾਪਸ ਲੈਣੀ ਔਖੀ ਹੈ। ਔਰ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਅਮਰੀਕਾ ਦੇ, ਆਸਟ੍ਰੇਲੀਆ ਦੇ ਔਰ UK ਦੇ ਉੱਥੇ ਜਿਹੜੇ ਰਿਪਰੈਜ਼ੈਂਟੇਸ਼ਨ ਨੇ ਜਾਂ ਸਿਕਿਉਰਿਟੀ ਐਡਵਾਈਜ਼ਰ ਨੇ ਕਿ ਇਹ ਇੱਕ ਜੁਆਇੰਟ ਇਨਵੈਸਟੀਗੇਸ਼ਨ ਸੀ ਜਿਹਦੇ ਵਿੱਚੋਂ ਇਹ ਗੱਲ ਨਿਕਲ ਕੇ ਆਈਆਂ। ਇਹ ਸਾਰੀ ਗੱਲ ਦੇ ਵਿੱਚ ਉੱਤੇ ਕੋਈ ਖਲੇਰਾ ਨਾ ਪਏ, ਇਸ ਕਰਕੇ ਵੀ ਕਈ ਵਾਰ ਸਬੂਤਾਂ ਨੂੰ ਅੱਗੇ ਨਹੀਂ ਵਧਾਇਆ ਜਾਂਦਾ। ਗੱਲ ਜਿੱਥੇ ਖਤਮ ਹੋਣੀ ਚਾਹੀਦੀ ਉੱਥੇ ਖਤਮ ਹੋ ਜਾਏ। ਪਰ ਚਲੋ ਕੌਮਾਂਤਰੀਆ ਪੱਧਰ ਦੇ ਉੱਤੇ ਇਹ ਮਾਮਲਾ ਡਿਸਕਸ ਹੋ ਰਿਹਾ ਹੈ, ਵੱਡੇ ਲੋਕ ਨੇ, ਔਰ ਜਦ ਤੁਹਾਡੇ ਯਾਰ ਵੱਡੇ ਹੋਣ ਤੁਹਾਨੂੰ ਪੂਰਾ ਭਰੋਸਾ ਹੁੰਦਾ ਹੈ ਕਿ ਵੀ ਉਹ ਸੁਲਹ ਸਫਾਈ ਕਰਾ ਦੇਣਗੇ। ਇਹ ਜਸਟਿਨ ਟਰੂਡੋ ਉਹਨਾਂ ਦੀ ਸਿੱਧੀ ਇਸ ਟਾਈਮ ਬਣੀ ਹੋਈ ਹੈ। 26 ਤਰੀਕ ਨੂੰ ਅਮਿਤ ਸ਼ਾਹ ਜੀ ਆ ਰਹੇ ਅੰਮ੍ਰਿਤਸਰ ਦੇ ਵਿੱਚ, ਸਾਡੀ ਇਸ ਗੁਰੂ ਪੀਰਾਂ ਦੀ ਧਰਤੀ ਦੇ ਉੱਤੇ ਮੀਟਿੰਗ ਹੋਣ ਲੱਗੀ ਆ ਬਹੁਤ ਸੈਂਸਿਟਿਵ ਮੁੱਦਿਆਂ ਤੇ ਮੁੱਦੇ ਉੱਤਰੀ ਭਾਰਤ ਦੇ ਕਿਹੜੇ ਨੇ? ਸਾਡਾ ਤੇ ਪਾਣੀਆਂ ਦਾ ਮੁੱਦਾ ਹੈ, ਸਾਡਾ ਚੰਡੀਗੜ੍ਹ ਦਾ ਮੁੱਦਾ ਹੈ, ਸਾਡਾ ਭਾਸ਼ਾਵਾਂ ਦਾ ਮੁੱਦਾ ਹੈ, ਰੂਰਲ ਡਿਵੈਲਪਮੈਂਟ ਦਾ ਮੁੱਦਾ ਹੈ। ਸਾਡੇ ਤੇ ਮੁੱਦੇ ਸਾਰੀ ਇੰਡਸਟਰੀ ਸ਼ਿਫਟ ਹੋ ਗਈ, ਸਾਰੇ ਬੱਚੇ ਸ਼ਿਫਟ ਹੋ ਗਏ, ਬਚਿਆ ਕੀ? ਇੰਦਰਪ੍ਰੀਤ ਜੀ। ਰੰਧਾਵਾ ਸਾਹਿਬ, ਦੇਖੋ ਮੈਂ ਪਹਿਲਾਂ ਵੀ ਕਈ ਵਾਰੀ ਇਸ ਪ੍ਰੋਗਰਾਮ 'ਚ ਹੀ ਕਹਿ ਚੁੱਕਿਆ ਕਿ ਮੈਨੂੰ ਲੱਗਦਾ ਕਿ ਜਿਹੜੇ ਚੰਡੀਗੜ੍ਹ, ਪਾਣੀ, ਇਹ ਸਾਰੇ ਨਾ ਹੁਣ ਰਸਮ ਅਦਾਇਗੀ ਵਾਲੇ ਮੁੱਦੇ ਰਹਿ ਗਏ ਆ। ਨਾ ਤਾਂ ਕੋਈ ਵੀ ਧਿਰ ਇੱਕ ਇੰਚ ਵੀ ਹਿੱਲਣਾ ਚਾਹੁੰਦੀ ਹੈ, ਨਾ ਪੰਜਾਬ ਅੱਗੇ ਵਧਣਾ ਚਾਹੁੰਦਾ ਹੈ, ਨਾ ਹਰਿਆਣਾ ਕੋਈ ਥੱਲੇ ਆਉਣਾ ਚਾਹੁੰਦਾ ਹੈ, ਨਾ ਕੋਈ ਹੋਰ ਧਿਰ। ਹੁਣ ਜਦੋਂ ਇਸ ਆਪਾਂ ਬਾਰ-ਬਾਰ ਚਾਹੇ ਨਾਰਥ ਜ਼ੋਨ ਕੌਂਸਲ ਦੀ ਮੀਟਿੰਗਾਂ ਹੋਣ, ਚਾਹੇ ਕੋਈ ਹੋਰ ਕਿਸੇ ਵੱਡੇ ਪੈਮਾਨੇ ਤੇ ਕੋਈ ਮੀਟਿੰਗ ਚੱਲ ਰਹੀ ਹੋਵੇ, ਵੱਡੇ ਪੱਧਰ ਤੇ ਕੋਈ ਮੀਟਿੰਗ ਹੋਵੇ, ਉਹਦੇ ਕੋਈ ਵੀ ਇਸ ਕਿਸਮ ਦੀ ਜਿਹੜੀ ਵੀ ਗੱਲ ਆਉਂਦੀ ਹੈ ਉਹ ਮਹਿਜ਼ ਇੱਕ ਜਿਹੜੀ ਰਸਮ ਅਦਾਇਗੀ ਹੁੰਦੀ ਹੈ ਉਹੀ ਹੋ ਕੇ ਰਹਿ ਜਾਂਦੀ ਹੈ। ਜੇ ਤਾਂ ਤੁਸੀਂ ਉਹ ਜਾਖੜ ਸਾਹਿਬ ਢੁੱਚਰਾਂ ਜੀਆਂ ਕਿਉਂ ਕਰਦੇ ਆ ਜੇ ਰਸਮ ਅਦਾਇਗੀ ਹੈ? ਮੈਂ ਇਸੇ ਕਰਕੇ ਕਹਿ ਰਿਹਾ ਕਿ ਇਹ ਟੋਟਲ ਪੋਲੀਟੀਕਲ ਮਸਲਾ ਹੈ। ਦੇਖੋ ਜੇ ਜਿਹੜੇ ਜਾਖੜ ਸਾਹਿਬ ਨੇ ਇਹ ਗੱਲ ਕੀਤੀ ਹੈ ਕਿ ਕੀ ਤੁਸੀਂ ਇਹ ਇਸ਼ੂ ਨਾ ਕਿਤੇ ਦੇ ਆਈਓ, ਤੁਸੀਂ ਦੇਖੋ ਇਸ ਇਸ਼ੂ ਤੇ ਹੋ ਕੀ ਰਿਹਾ। ਮਤਲਬ ਕਿ 66 ਤੋਂ ਬਾਅਦ ਆਪਾਂ ਨੇ ਕਦੇ ਇਸ ਇਸ਼ੂ ਦੇ ਉੱਤੇ ਕੋਈ ਗੰਭੀਰਤਾ ਦਿਖਾਈ ਵੀ ਹੈ?
ਮਤਲਬ ਚਾਹੇ ਕਾਂਗਰਸ ਦੀਆਂ ਕਿੰਨੀਆਂ ਸਰਕਾਰਾਂ ਰਹਿ ਗਈਆਂ ਹੁਣ, ਜਿੱਥੇ ਜਾਖੜ ਸਾਹਿਬ ਖੁਦ ਵੀ ਹੈ ਜਾਂ ਉਹਨਾਂ ਦੇ ਪਿਤਾ ਵੀ ਰਹੇ ਹੈ, ਉਹ ਵੀ ਇੱਥੇ ਹੈਗੇ ਨੇ। ਦੂਸਰੀਆਂ ਜਿਹੜੀਆਂ ਕੀ ਨਾਮ ਹੈ ਅਕਾਲੀ ਦਲ ਦੀਆਂ ਸਰਕਾਰਾਂ ਨੇ, ਉਹਨਾਂ ਦਾ ਵੀ ਕੋਈ ਉਹ ਨਹੀਂ। ਜਦੋਂ ਸੈਂਟਰ 'ਚ ਵੀ ਉਹ ਸਰਕਾਰਾਂ ਨੇ ਤੇ ਸਟੇਟ 'ਚ ਵੀ ਇੱਕੋ ਪਾਰਟੀ ਦੀ ਸਰਕਾਰ ਹੈ, ਤਾਂ ਵੀ ਇਹ ਮਸਲੇ ਹੱਲ ਨਹੀਂ ਹੋਏ, ਤਾਂ ਪਿਛਲੇ ਫਿਰ ਹੋਰ ਕਦੋਂ ਹੱਲ ਹੋਣਗੇ? ਹੁਣ ਤਾਂ ਸਮਝ ਲਓ ਸਰਕਾਰਾਂ ਹੀ ਇਦਾਂ ਦੀਆਂ ਨੇ ਜਿਹੜੀਆਂ ਦੋ ਧਰੂਵੀ ਬਣੀਆਂ ਹੋਈਆਂ ਨੇ, ਇੱਕ ਦਾ ਮੂੰਹ ਕਿਸ ਪਾਸੇ ਹੈ, ਦੂਸਰੀ ਦਾ ਮੂੰਹ ਕਿਸ ਪਾਸੇ ਹੈ। ਉਸ ਸਥਿਤੀ ਦੇ ਵਿੱਚ ਤੁਸੀਂ ਕੀ ਸਮਝਦੇ ਹੋ ਕਿ ਵੀ ਇਹ ਜੇ ਕੰਟਰੋਵਰਸ਼ੀਅਲ ਇਸ਼ੂ ਦੇ ਉੱਤੇ ਕੋਈ ਗੱਲ ਹੋ ਸਕਦੀ ਹੈ, ਜਾਂ ਇਸ ਤਰ੍ਹਾਂ ਗੱਲ ਕਰਨੀ ਸਿਰਫ ਰਸਮ ਅਦਾਇਗੀ ਹੋਗੀ? ਮੈਂ ਜਿਹੜੀ ਬਾਰ-ਬਾਰ ਗੱਲ ਕਰ ਰਿਹਾ ਸੀ ਨਾ ਵੀ ਰਸਮ ਅਦਾਇਗੀ, ਉਹ ਮੈਂ ਸ਼ਬਦ ਇਸ ਕਰਕੇ ਯੂਜ਼ ਕਰ ਰਿਹਾ ਵੀ ਜਦੋਂ ਹੁਣ ਕੋਈ ਨਵੀਂ ਪਾਰਟੀ, ਜਿਵੇਂ ਪਿਛਲੇ ਤੁਸੀਂ ਅਗਰ ਕੈਪਟਨ ਸਾਹਿਬ ਦੇ 5 ਗਵਰਨਰ ਐਡਰੈਸ ਦੇਖੇ ਹੋਣਗੇ ਨਾ, ਉਹਨਾਂ 'ਚ ਇਹ ਸ਼ਬਦ ਹੀ ਹੈ ਨਹੀਂਗੇ। ਉਹਨਾਂ ਨੇ ਹਟਾਤੇ, ਚੰਡੀਗੜ੍ਹ ਵਾਲਾ ਇਸ਼ੂ ਹਟਾਤਾ, ਕਿਉਂਕਿ ਉਹਨਾਂ ਨੂੰ ਪਤਾ ਕਿ ਇਸ ਤੇ ਕੁਝ ਹੋਣਾ ਤਾਂ ਹੈ ਨਹੀਂ ਹੈ। ਅਕਾਲੀ ਦਲ ਸਿਰਫ ਇਸ ਕਰਕੇ ਰੱਖਦਾ ਹੁੰਦਾ ਸੀ ਕਿ ਜੀ ਉਹਨਾਂ ਤੇ ਇਹ ਇਲਜ਼ਾਮ ਨਾ ਲਾਉਣ ਵੀ ਜਿਸ ਤਰ੍ਹਾਂ ਅੱਜ ਜਾਖੜ ਸਾਹਿਬ ਨੇ ਆਮ ਆਦਮੀ ਪਾਰਟੀ ਤੇ ਜਾਂ ਭਗਵੰਤ ਮਾਨ ਹੋਣਾ ਤੇ ਲਗਾਤਾ ਕਿ ਤੁਸੀਂ ਇਸ ਤੇ ਨਾ ਕਿਤੇ ਸਰੈਂਡਰ ਕਰ ਦਿਓ। ਜੇ ਮੈਂ ਕਹਿੰਦਾ ਵੀ ਕੋਈ ਵੀ ਪੋਲੀਟੀਕਲ ਪਾਰਟੀ ਇੰਨੀ ਕੁ ਜ਼ਿਆਦਾ ਗੰਭੀਰ ਹੈ ਕਿ ਹਾਂ ਅਸੀਂ ਆਪਣੀ ਕੈਪੀਟਲ ਲੈਣੀ ਹੈ, ਤਾਂ ਮੈਨੂੰ ਲੱਗਦਾ ਕਿ ਇਸ ਟਾਈਮ ਫਿਰ ਜਾਖੜ ਸਾਹਿਬ ਤੋਂ ਵਧੀਆ ਸਥਿਤੀ 'ਚ ਕੋਈ ਨਹੀਂ ਹੈਗਾ। ਉਹ ਪ੍ਰਦੇਸ਼ ਭਾਜਪਾ ਦੇ ਪ੍ਰਧਾਨ ਵੀ ਨੇ, ਮੋਦੀ ਸਾਹਿਬ ਨਾਲ, ਅਮਿਤ ਸ਼ਾਹ ਹੋਰਾਂ ਨਾਲ ਉਹਨਾਂ ਦੀ ਕਾਫੀ ਬਣਦੀ ਵੀ ਹੈ, ਤੇ ਉਹ ਮੈਨੂੰ ਲੱਗਦਾ ਕਿ ਉਹਨਾਂ ਨੂੰ ਖੁਦ ਹੀ ਅੱਗੇ ਆਉਣਾ ਚਾਹੀਦਾ। ਤੇ ਇੱਥੇ ਜਿਵੇਂ ਪਹਿਲਾਂ ਉਹ ਬਾਸਮਤੀ ਤੇ ਆਪਣਾ ਇੱਕ ਸ਼ਿਸ਼ਟ ਮੰਡਲ ਲੈ ਕੇ ਗਏ ਸੀ ਤੇ ਬਹੁਤ ਪੋਜ਼ਿਟਿਵ ਸਥਿਤੀ 'ਚ ਉਹਨਾਂ ਨੇ ਗੱਲ ਪਹੁੰਚਾਤੀ ਹੈ, ਤੇ ਇਸ ਤਰ੍ਹਾਂ ਦੀ ਕੋਈ ਗੱਲ ਉਹ ਇਸ ਮਾਮਲੇ 'ਚ ਵੀ ਕਰ ਸਕਦੇ ਆ। 26 ਤਰੀਕ ਤੋਂ ਪਹਿਲਾਂ ਜਿਹੜਾ ਹੈਗਾ ਇਹ ਕੁਝ ਵੀ ਇਸ ਪੋਜ਼ਿਟਿਵ ਨਜ਼ਰੀਏ ਤੋਂ ਮਤਲਬ ਉਹ ਗਵਰਨਮੈਂਟ ਆਫ ਇੰਡੀਆ ਤੋਂ ਕੁਝ ਲੈ ਸਕਦੇ। ਹਾਂਜੀ ਭਾਸਕਰ ਸਾਹਿਬ, ਜੇ ਅਗਰ ਜਾਖੜ ਸਾਹਿਬ ਦੀ ਇਸ ਸਟੇਟਮੈਂਟ ਨੂੰ ਦੇਖੋ ਕਿਤੇ ਚੰਡੀਗੜ੍ਹ ਦੇ ਉੱਤੇ ਕੋਈ ਸਮਝੌਤਾ ਨਾ ਕਰਾਏ ਹੋ ਜਾਂ ਚੰਡੀਗੜ੍ਹ ਨੂੰ ਗਵਾ ਨਾ ਲਈ ਹੋ, ਇਦਾਂ ਦੀ ਸਟੇਟਮੈਂਟ ਲੱਗਦੀ ਹੈ ਕਿ ਯਾਦ ਕਰੋ ਇਸ ਸਟੇਟਮੈਂਟ ਦੇ ਬੇਸ ਨੂੰ 2 ਵਾਰ ਭਗਵੰਤ ਮਾਨ ਉਹਨਾਂ ਦਾ ਟਵੀਟ ਛੱਡਿਆ ਹੋਇਆ। ਇੱਕ ਵਾਰ ਜਦ ਪੰਜਾਬ ਦੇ ਵਿੱਚ ਵਾਸਤੇ ਵੱਖਰੇ ਹਾਈ ਕੋਰਟ ਦੇ ਵਾਸਤੇ ਨਿਊ ਚੰਡੀਗੜ੍ਹ ਦੇ ਵਿੱਚ ਜਦੋਂ ਜਗ੍ਹਾ ਮੰਗਦੇ ਨੇ, ਜਾਂ ਫਿਰ ਹਰਿਆਣਾ ਨੂੰ ਵੱਖਰੀ ਵਿਧਾਨ ਸਭਾ ਦੀ ਤਰਜ਼ ਤੇ ਪੰਜਾਬ ਨੂੰ ਵੀ ਆਪਣੀ ਵੱਖਰੀ ਵਿਧਾਨ ਸਭਾ ਦਾ ਇੱਕ ਸਥਾਨ ਦਿੱਤਾ ਜਾਏ, ਜਦੋਂ ਇਦਾਂ ਦੇ ਟਵੀਟ ਕਰਕੇ ਬਾਅਦ ਚ ਉਹਨਾਂ ਟਵੀਟਾਂ ਦਾ ਜ਼ਿਕਰ ਰੁਲਝਿਆ ਜਾਂਦਾ ਹੈ, ਫੜ ਜਾਂਦਾ ਹੈ। ਹੁਣ ਜਾਖੜ ਸਾਹਿਬ ਦੀ ਸਟੇਟਮੈਂਟ ਨੂੰ ਜਿਹੜਾ ਧਿਆਨ ਨਾਲ ਦੇਖੋ, ਇਦਾਂ ਲੱਗਦਾ ਹੈ ਕਿ ਜਿੱਦਾਂ ਕੋਈ ਆਪਣੇ ਭਲਵਾਨ ਦੇ ਨਾਲ ਦੂਜੇ ਵਿਰੋਧੀ ਪਾਰਟੀ ਦੇ ਭਲਵਾਨ ਨੂੰ ਲੜਨ ਵਾਸਤੇ ਭੇਜ ਰਿਹਾ ਹੋਏ, ਔਰ ਵਿਰੋਧੀ ਪਾਰਟੀ ਦੇ ਭਲਵਾਨ ਨੂੰ ਇਹ ਕਹਿ ਰਿਹਾ ਹੋਏ ਦੇਖੀ ਕਿਤੇ ਜਿੱਤ ਕੇ ਆਣਾ ਹੈ ਔਰ ਕਿਸੇ ਵੀ ਤਰੀਕੇ ਨਾਲ ਸਮਝੌਤਾ ਨਹੀਂ ਕਰਨਾ। ਹੁਣ ਜਾਖੜ ਸਾਹਿਬ ਨੂੰ ਜੇ ਵਾਕਈ ਚੰਡੀਗੜ੍ਹ ਦੀ ਇੰਨੀ ਫਿਕਰ ਸੀਗੀ ਤੇ ਕਰਦੇ ਨਾ ਅਮਿਤ ਸ਼ਾਹ ਉਹਨਾਂ ਨਾਲ ਗੱਲ ਕਿ ਵੀ ਐਤਕੀ ਜਦ ਤੁਸੀਂ ਅੰਮ੍ਰਿਤਸਰ ਆਓਗੇ ਨਾ ਤੇ ਚੰਡੀਗੜ੍ਹ ਪੰਜਾਬ ਨੂੰ ਦੇ ਕੇ ਜਾਣਾ, ਜਾਂ ਫਿਰ ਖੱਟੜ ਸਾਹਿਬ ਨੂੰ ਵੀ ਕਹਿੰਦੇ ਵੀ ਚੰਡੀਗੜ੍ਹ ਦੀ ਗੱਲ ਤੁਸੀਂ ਨਾ ਕਰੋ, ਇਹਦੇ ਉੱਤੇ ਸਾਡਾ ਹੱਕ ਹੈ। ਉਹ ਇਹ ਆਪਣਾ ਮੈਸੇਜ ਦੇ ਰਹੇ ਨੇ ਭਗਵੰਤ ਮਾਨ ਉਹਨਾਂ ਨੂੰ, ਜਿਹੜੇ ਸ਼ਾਇਦ ਅਮਿਤ ਸ਼ਾਹ ਉਹਨਾਂ ਦੇ ਸਾਹਮਣੇ ਇੰਨਾ ਪੁਰਜੋਰ ਤਰੀਕੇ ਨਾਲ ਇਸ ਮੁੱਦੇ ਨੂੰ ਨਾ ਉਠਾ ਸਕਣ। ਇਹ ਤੇ ਇੱਕ ਪੋਲੀਟੀਕਲ ਗਿਮਿਕ ਹੈਗਾ ਜਿਹੜਾ ਜਾਖੜ ਸਾਹਿਬ ਨੇ ਖੇਡਿਆ। ਪਰ ਚਲੋ 26 ਤਰੀਕ ਦੇਰ ਨਹੀਂ ਹੈਗੀ, ਉਹਦੇ ਵਿੱਚ ਬਹੁਤ ਸਾਰੇ ਮੁੱਦੇ ਹੈਗੇ ਨੇ ਜਿਹੜੇ ਭਗਵੰਤ ਮਾਨ ਉਹਨਾਂ ਉਠਾਣਗੇ, ਪਰ ਕੀ ਖੱਟ ਕੇ ਲਿਆਉਂਦੇ ਨੇ ਇਹ ਤੇ 26 ਦੀ ਸ਼ਾਮ ਨੂੰ ਹੀ ਪਤਾ ਲੱਗੂ। ਪਿਛਲੀਆਂ ਜਿੰਨੀਆਂ ਮੀਟਿੰਗਾਂ ਉਹਨਾਂ ਦਾ ਕਦੇ ਵੀ ਕੋਈ ਬਹੁਤਾ ਸਾਰਥਕ ਸਿੱਟਾ ਨਹੀਂ ਨਿਕਲਦਾ ਕੱਖ ਵੀ ਨਹੀਂ ਹੁੰਦਾ। ਐਵੇਂ ਮੀਟਿੰਗ ਜੀ ਹੁੰਦੀ ਆ, ਮੀਟਿੰਗ ਦੇ ਵਿੱਚ ਕੁਝ ਵੀ ਨਹੀਂ ਹੁੰਦਾ, ਬਾਕੀ ਤਾਂ ਸਾਰਿਆਂ ਨੂੰ ਹਾਂਜੀ ਕੋਈ ਨਹੀਂ ਤੁਹਾਡਾ ਵੀ ਬਹੁਤ ਹੈ, ਤੁਹਾਡਾ ਵੀ ਬਹੁਤ ਹੈ ਕਹਿਤਾ ਜਾਂਦਾ। ਪਰ ਜਿਹੜੀ ਤੁਸੀਂ ਉਦਾਹਰਨ ਦਿੱਤੀ ਹੈ ਨਾ, ਉਦਾਹਰਨ ਮੈਨੂੰ ਲੱਗਦਾ ਵੀ ਜਿੱਦਾਂ ਕੋਈ ਮੇਲਾ ਵੇਖਣ ਚੱਲਿਆ ਹੋਵੇ ਨਾ ਤੇ ਲਾਗੋਂ ਸ਼ਰੀਕ ਆਵਾਜ਼ ਮਾਰ ਕੇ ਕਹਿੰਦਾ ਹੁੰਦਾ ਜੇਬ ਧਿਆਨ ਨਾ ਬਈ, ਇਹ ਨਾ ਉਹਦਾ ਮੂੰਹ ਲਟਕਾਉਂਦਾ ਤੁਰਿਆ ਵੇਂ। ਸੋ ਇੰਦਰਪ੍ਰੀਤ ਜੀ, ਮਾਮਲਾ BBMP ਦਾ ਵੀ ਭਾਖੜਾ ਦਾ ਵੀ ਉੱਠਣ ਲੱਗਿਆ, ਉਹਦੀ ਮੈਂਬਰੀ, ਸਥਾਈ ਮੈਂਬਰੀ। ਐਤਕੀ ਰੌਲੇ ਪਏ ਜਦੋਂ ਹੜ੍ਹ ਆਏ ਨਾ, ਪਾਣੀ ਕਦੋਂ ਛੱਡਣਾ ਕਦੋਂ ਨਹੀਂ ਛੱਡਣਾ, ਕਿੰਨੀ ਤਬਾਹੀ ਹੋਊਗੀ, ਤਬਾਹੀ ਦਾ ਫਿਕਰ ਕਰਨ ਵਾਲਾ ਆਪਣਾ ਹੋਵੇ ਕਿ ਬਗਾਨਾ ਹੋਵੇ, ਇਹ ਸਾਰੀਆਂ ਗੱਲਾਂ ਉੱਠਦੀਆਂ ਰਹੀਆਂ। ਸੋ ਮੈਨੂੰ ਜਿਹੜੀ BBMP ਦੀ ਮੈਂਬਰੀ, ਜਿਹਨੂੰ ਮੈਂ ਬਹੁਤੀ ਕਦੇ ਵਕਤ ਨਹੀਂ ਸੀ ਦਿੰਦਾ, ਇਸ ਵਾਰੀ ਮੈਨੂੰ ਵੀ ਅੰਦਾਜ਼ਾ ਹੋਇਆ ਕਿ ਅਹਿਮ ਜਗ੍ਹਾ ਤੇ ਸਾਡੇ ਬੰਦੇ ਬੈਠੇ ਹੋਣ ਦਾ ਫਾਇਦਾ ਹੀ ਹੁੰਦਾ। ਰੰਧਾਵਾ ਸਾਹਿਬ, ਪਿਛਲੇ 16 ਸਾਲ ਤੋਂ ਇਹ ਇਸ਼ੂ ਚੱਲ ਰਿਹਾ ਜਿਹੜਾ BBMP ਦੀ ਸਥਾਈ ਮੈਂਬਰਸ਼ਿਪ ਵਾਸਤੇ ਰਾਜਸਥਾਨ ਨੇ ਦੁਬਾਰਾ ਪੇਸ਼ ਕੀਤਾ। ਤੁਸੀਂ ਦੇਖੋ 16 ਸਾਲ ਦੇ ਵਿੱਚ ਤੋਂ ਲਗਾਤਾਰ ਉਹ ਜਿਹੜੀ ਨਾਰਥ ਜ਼ੋਨ ਕੌਂਸਲ ਦੀਆਂ ਮੀਟਿੰਗਾਂ ਹੋਣ ਜਾਂ ਜਿਹੜੀ ਮਿਨਿਸਟਰੀ ਆਫ ਪਾਵਰ ਹੈ ਉਹਦੇ ਨਾਲ ਮੀਟਿੰਗਾਂ ਹੋਣ, ਇਹ ਸਾਰੇ ਜਿੰਨੇ ਵੀ ਪਲੇਟਫਾਰਮਸ ਨੇ ਉਹਨਾਂ ਤੇ ਰਾਜਸਥਾਨ ਇਹ ਮਸਲਾ ਹਮੇਸ਼ਾ ਹੀ ਚੁੱਕਦਾ ਕਿ ਉਹਨੂੰ ਵੀ BBMP ਦੇ ਵਿੱਚ ਜਿਹੜੀ ਹੈਗੀ ਸਥਾਈ ਮੈਂਬਰਸ਼ਿਪ ਦਿੱਤੀ ਜਾਏ, ਕਿਉਂਕਿ ਉਹ ਵੀ ਇੱਕ ਵੱਡਾ ਸਟੇਕ ਹੋਲਡਰ ਹੈ, ਉਹਨੂੰ ਵੀ BBMP ਤੋਂ ਪਾਣੀ ਜਿਹੜਾ ਹੈਗਾ ਮਿਲਦਾ ਹੈ। ਬਾਰ-ਬਾਰ ਪੰਜਾਬ ਇਸ ਗੱਲ ਦੇ ਉੱਤੇ ਇਤਰਾਜ਼ ਕਰਦਾ ਹੈ। ਉਹਨਾਂ ਨੇ ਕਿਹਾ ਵੀ ਇਹ ਨਹੀਂ,
ਇਹਨਾਂ ਦਾ ਕੋਈ ਹਿੱਸਾ ਨਹੀਂ ਹੈ। ਵੈਸੇ ਵੀ ਇਹ ਗੈਰ ਰਾਈਪੇਰੀਅਨ ਹੈ, ਔਰ ਗੈਰ ਰਾਈਪੇਰੀਅਨ ਦੇ ਬਾਵਜੂਦ ਇਹ ਜਿਹੜੇ ਹੈਗੇ ਆ ਉਹਨਾਂ ਨੂੰ ਪਾਣੀ ਜਿਹੜਾ ਹੈਗਾ ਸਾਡੇ ਤੋਂ ਕਿਤੇ ਜ਼ਿਆਦਾ ਮਿਲ ਰਿਹਾ, ਜਦਕਿ ਸਾਡਾ ਰਾਈਟ ਪਹਿਲਾਂ ਹੈ। ਸੋ ਉਹਨਾਂ ਨੂੰ ਸਪੈਸ਼ਲ ਇਨਵਾਈਟੀ ਦੇ ਤੌਰ ਤੇ ਉੱਥੇ ਇੱਕ ਦਰਜਾ ਦਿੱਤਾ ਹੋਇਆ, ਸਪੈਸ਼ਲ ਇਨਵਾਈਟੀ ਦੇ ਤੌਰ ਤੇ ਹਮੇਸ਼ਾ ਬੁਲਾਏ ਜਾਂਦੇ ਆ, ਪਰ ਪਰਮਾਨੈਂਟ ਇਨਵਾਈਟੀ ਉਹ ਨਹੀਂ ਹੈਗੇ। ਸੋ ਹੁਣ ਐਤਕੀ ਜਿਹੜਾ ਕੱਲ ਮੀਟਿੰਗ ਹੋਈ ਆ ਉਹਦੇ ਵਿੱਚ ਹਰਿਆਣੇ ਨੇ ਇਹ ਜ਼ਰੂਰ ਕਿਹਾ ਸੀਗਾ ਵੀ ਇਹਨਾਂ ਨੂੰ ਇੱਕ ਵਾਰੀ ਹਿਮਾਚਲ ਨੂੰ, ਇੱਕ ਵਾਰੀ ਇਹਨਾਂ ਨੂੰ, ਦੋਨਾਂ ਨੂੰ ਇੱਕ ਵਾਰ ਰੋਟੇਸ਼ਨ ਦੇ ਉੱਤੇ ਰੱਖ ਲਓ। ਤਾਂ ਪੰਜਾਬ ਨੇ ਉਹਨੂੰ ਵੀ ਖਾਰਜ ਕਰਤਾ ਵੀ ਨਹੀਂ, ਇਸ ਤਰ੍ਹਾਂ ਨਹੀਂ ਹੋ ਸਕਦਾ, ਇਹ ਸਪੈਸ਼ਲੀ ਇਨਵਾਈਟੀ ਦੇ ਤੌਰ ਤੇ ਹੀ ਬੁਲਾਏ ਜਾਣ, ਪਰਮਾਨੈਂਟ ਉਹ ਨਹੀਂ ਦਿੱਤੀ ਜਾ ਸਕਦੀ। ਬਿਲਕੁਲ ਠੀਕ ਹੈ ਜਿਹੜੀ ਤੁਸੀਂ ਗੱਲ ਕੀਤੀ ਕਿ BBMB ਵਰਗੀ ਸੰਸਥਾ ਦੇ ਵਿੱਚ ਸਾਡੇ ਮੈਂਬਰ ਹੋਣੇ ਕਿਉਂ ਜ਼ਰੂਰੀ ਨੇ, ਤੇ ਇਹੋ ਜਿਹੇ ਮੈਂਬਰ ਜਿਹੜੇ ਧਾਕੜ ਵੀ ਹੋਣ, ਮਤਲਬ ਇਹ ਨਹੀਂ ਕਿ ਉੱਥੇ ਜਾ ਕੇ ਸਿਰਫ ਬਹਿ ਜਾਣ, ਧਾਕੜ ਵੀ ਹੋਣ ਤੇ ਸਟੈਂਡ ਵੀ ਲੈਣ। ਤੁਸੀਂ ਦੇਖੋ ਇਸ ਵਾਰੀ ਜਿੰਨੇ ਹੜ੍ਹ ਆਏ ਹੈ ਜੀ, ਪੰਜਾਬ ਦੇ ਵਿੱਚ ਬਹੁਤੇ ਮੀਂਹ ਨਹੀਂ ਪਏ ਹੈਗੇ। ਪੰਜਾਬ ਦੇ ਵਿੱਚ ਜੇ ਅਸੀਂ 9, 10 ਤੇ 11 ਜੁਲਾਈ ਦੇ ਮੀਂਹ ਨੂੰ ਛੋੜ ਦਈਏ ਤਾਂ ਬਾਕੀ ਪੂਰੇ ਸੀਜ਼ਨ ਤਾਂ ਸਾਡਾ ਸੁੱਕਾ ਹੀ ਲੰਘ ਗਿਆ। ਸਾਨੂੰ ਤਾਂ ਮਾਰ ਹੀ ਜਿਹੜੀ ਹੈਗੀ ਹੈ ਉਹ ਹਿਮਾਚਲ ਦੇ ਮੀਂਹਾਂ ਕਰਕੇ ਪਈ ਹੈ। ਜਿੰਨਾ ਹਿਮਾਚਲ ਦਾ ਮੀਂਹ ਐਤਕੀ ਪਿਆ ਹੈ ਉਹਨਾਂ ਮੀਂਹ ਕਦੇ ਨਹੀਂ ਪਿਆ। ਹਿਮਾਚਲ 'ਚ ਨੋ ਡਾਊਟ ਬਹੁਤ ਤਬਾਹੀ ਆਈ ਹੈ, ਪਰ ਉਸ ਤਬਾਹੀ ਦਾ ਜਿਹੜਾ ਸਾਰਾ ਅਸਰ ਆਇਆ ਉਹ ਕੱਲੇ ਤੇ ਕੱਲੇ ਪੰਜਾਬ ਦੇ ਉੱਤੇ ਆਇਆ। ਨਾ ਹਰਿਆਣੇ ਨੂੰ ਉਹਦਾ ਕੋਈ ਨੁਕਸਾਨ ਹੋਇਆ, ਨਾ ਰਾਜਸਥਾਨ ਨੂੰ ਉਹਦਾ ਕੋਈ ਨੁਕਸਾਨ ਹੋਇਆ। ਰਾਦਰ ਇਹ ਦੋਨੋਂ, ਰਾਜਸਥਾਨ ਤਾਂ ਸਾਡਾ ਫਾਇਦੇ 'ਚ ਹੀ ਰਹਿੰਦਾ ਹੈ, ਕਿਉਂਕਿ ਜਿਹੜਾ ਵੀ ਇੱਥੋਂ ਪਾਣੀ ਜਾਂਦਾ ਹੈ ਘੱਗਰ ਰਾਹੀਂ ਹੋ ਕੇ ਜਾਂਦਾ ਹੈ, ਉਹ ਸਾਰਾ ਪਾਣੀ ਜਿਹੜਾ ਹੈ ਉਹਨਾਂ ਨੇ ਚੈਨਲਾਈਜ਼ ਕੀਤਾ ਹੋਇਆ, ਤੇ ਉਹਨਾਂ ਨੂੰ ਤਾਂ ਰਾਦਰ ਇਹਦਾ ਫਾਇਦਾ ਹੀ ਹੁੰਦਾ ਹੈ। ਉਹ ਸਾਰੇ ਆਪਣੇ ਉਹਨਾਂ ਮਰੂਸਥਲਾਂ ਦੇ ਵਿੱਚ ਵੀ ਤੱਕ ਵੀ ਪਾਣੀ ਲੈ ਜਾਂਦੇ ਆ ਜਿਹੜੇ ਸਾਰਾ ਸਾਲ ਖਾਲੀ ਰਹਿੰਦੇ ਆ, ਉਹ ਇਸੇ ਪਾਣੀ ਦੇ ਉੱਤੇ ਮਤਲਬ ਸਾਰਾ ਸਾਲ ਅੱਗੇ ਗੁਜ਼ਾਰਾ ਕਰਦੇ। ਜਿਸ ਤਰ੍ਹਾਂ ਦੂਸਰੀ ਸਾਈਡ ਤੇ ਪਾਕਿਸਤਾਨ ਵਾਲੇ, ਜਿਹੜਾ ਆਪਾਂ ਕਹਿੰਦੇ ਹੁੰਦੇ ਆ ਫਾਜ਼ਿਲਕਾ ਦੇ ਨਾਲ ਜਿਹੜੀ ਉਹਨਾਂ ਨੇ ਆਪਣੇ ਬੈਰੀਕੇਡ ਲਗਾਏ ਹੋਏ ਨੇ, ਗੇਟ, ਫਲੱਡ ਗੇਟ ਲਗਾਏ ਹੋਏ ਨੇ, ਉਹ ਵੀ ਇਸੇ ਤਰ੍ਹਾਂ ਹੀ ਕਰਦੇ ਨੇ। ਉਹ ਵੀ ਸਾਰਾ ਪਾਣੀ ਉੱਥੇ ਬੈਰਾਜਾਂ ਤੇ ਰੋਕ ਕੇ ਫਿਰ ਸਾਰਾ ਸਾਲ ਉਹਨੂੰ ਵਰਤਦੇ ਨੇ, ਕਿਉਂਕਿ ਤਿੰਨੋਂ ਨਦੀਆਂ ਦੇ ਉੱਪਰ ਡੈਮ ਬਣ ਚੁੱਕੇ ਨੇ। ਹੁਣ ਇਹ ਨਦੀਆਂ ਰੈਗੂਲਰ ਤਾਂ ਰਹੀਆਂ ਨਹੀਂ, ਇਹ ਤਾਂ ਉਨਾ ਹੀ ਛੱਡਿਆ ਜਾਂਦਾ ਪਾਣੀ ਜਿੰਨਾ ਸਾਡਾ ਨਹਿਰੀ ਸਿਸਟਮ ਦੇ ਵਿੱਚ ਅਸੀਂ ਇਹਨੂੰ ਵਰਤ ਲੈਂਦੇ ਹਾਂ। ਹੁਣ ਨਦੀਆਂ 'ਚ ਪਾਣੀ ਨਹੀਂ ਛੱਡਿਆ ਜਾਂਦਾ, ਨਦੀਆਂ 'ਚ ਪਾਣੀ ਸਿਰਫ ਔਰ ਸਿਰਫ ਬਾਰਿਸ਼ਾਂ ਦਾ ਹੀ ਹੁੰਦਾ ਹੈ। ਤਾਂ ਇਸ ਕਰਕੇ ਜਿਹੜਾ ਉਹ ਇਲਾਕਾ ਹੈ ਉਹ ਵੀ ਇਸ ਪਾਣੀ ਨੂੰ ਸਾਰੇ ਨੂੰ ਸਟੋਰ ਕਰਕੇ ਰੱਖਦਾ ਹੈ, ਪਾਕਿਸਤਾਨ ਵਾਲਾ ਵੀ ਔਰ ਰਾਜਸਥਾਨ ਵਾਲਾ ਵੀ, ਦੋਨੋਂ ਪਾਣੀ ਨੂੰ ਯੂਜ਼ ਕਰਦੇ ਆ। ਤਾਂ ਜਿਹੜਾ ਇਹ ਇਸ਼ੂ ਮਤਲਬ ਕੱਲ ਦੀ ਮੀਟਿੰਗ ਜਿਹੜਾ ਉੱਠਿਆ ਹੈ, ਪੱਕੇ ਤੌਰ ਤੇ ਇਹ ਜਿਹੜਾ 26 ਦੀ ਮੀਟਿੰਗ ਹੋਣੀ ਹੈ ਨਾਰਥ ਜ਼ੋਨ ਕੌਂਸਲ ਦੀ, ਉਸ 'ਚ ਵੀ ਆਏਗਾ, ਔਰ ਪਹਿਲਾਂ ਵੀ ਕਈ ਵਾਰ ਆ ਚੁੱਕਿਆ, ਤੇ ਪਹਿਲਾਂ ਵੀ ਪੰਜਾਬ ਦਾ ਇਤਰਾਜ਼ ਰਿਹਾ ਤੇ ਹੁਣ ਵੀ ਰਹੇਗਾ। ਭਾਸਕਰ ਸਾਹਿਬ, ਮੇਰਾ ਧਿਆਨ ਥੋੜਾ ਜਿਹਾ ਨਾਲ ਕੈਨੇਡੀਅਨ ਖਬਰਾਂ ਦੇ ਉੱਤੇ ਵੀ ਹੈ ਕਿ ਕਿਹੜੀਆਂ ਖਬਰਾਂ ਨਿਕਲ ਕੇ ਆ ਰਹੀਆਂ। ਕੁਝ ਬੜੀਆਂ ਸੈਂਸਿਟਿਵ ਖਬਰਾਂ ਆ ਰਹੀਆਂ ਨੇ, ਪਰ ਮੈਂ ਇਸ ਮੁੱਦੇ ਨੂੰ ਹੀ ਕੰਟੀਨਿਊ ਕਰਨਾ ਚਾਹੂੰਗਾ। ਅਸੀਂ ਅਗਲੇ ਐਪੀਸੋਡ 'ਚ ਉਹਨਾਂ ਨੂੰ ਲੈਵਾਂਗੇ, ਤੱਥਾਂ ਦੀ ਤਸਦੀਕ ਕਰ ਲਈਏ। ਸੋ ਤੁਸੀਂ ਥੋੜਾ ਜਿਹਾ ਇੱਕ ਇਹਦੇ ਤੇ ਛੋਟੀ ਟਿੱਪਣੀ, ਔਰ ਨਾਲ ਦੀ ਨਾਲ ਹੀ ਜਿਹੜਾ ਔਰਤਾਂ ਦਾ ਰਾਖਵਾਂਕਰਨ ਬਿੱਲ ਰਾਜ ਸਭਾ 'ਚ ਪ੍ਰਵਾਨ ਚੜ ਗਿਆ, ਸੋ ਉਹਦੇ ਉੱਤੇ ਇੱਕ ਟਿੱਪਣੀ ਜ਼ਰੂਰ ਦੇ ਦਿਓ। ਜਿੱਥੇ ਤੱਕ BBMB ਦੇ ਵਿੱਚ ਰਾਜਸਥਾਨ ਦੀ ਪਰਮਾਨੈਂਟ ਮੈਂਬਰਸ਼ਿਪ ਦੀ ਮੰਗ ਨੂੰ ਪੰਜਾਬ ਨੇ ਫਿਲਹਾਲ ਖਾਰਿਜ ਕੀਤਾ ਹੈ, ਪਰ ਤੁਸੀਂ ਇਹ ਦੇਖੋ ਕਿ ਆਮ ਆਦਮੀ ਪਾਰਟੀ ਰਾਜਸਥਾਨ ਦੇ ਵਿੱਚ ਇਲੈਕਸ਼ਨ ਲੜਨ ਦੇ ਇੱਛੁਕ ਹੈ। ਕੋਈ ਵੱਡੀ ਗੱਲ ਨਹੀਂ। ਜਿਹੜੀ ਰਾਜਸਥਾਨ ਦੇ ਵਿੱਚ ਦਿੱਤੀ ਹੋਈ ਗਰੰਟੀਆਂ ਦੀ ਲਿਸਟ ਦੇ ਵਿੱਚ ਉੱਥੇ ਇਹ ਵੀ ਗਰੰਟੀ ਕੇਜਰੀਵਾਲ ਸਾਹਿਬ ਦੇ ਦੇਣ ਕਿ ਵੀ ਆਪਾਂ ਤੁਹਾਨੂੰ BBMB ਦੇ ਵਿੱਚ ਪਰਮਾਨੈਂਟ ਮੈਂਬਰਸ਼ਿਪ ਦਿਵਾਵਾਂਗੇ, ਤੁਸੀਂ ਸਾਡੀ ਸਰਕਾਰ ਬਣਾਓ ਰਾਜਸਥਾਨ ਦੇ ਵਿੱਚ। ਕਿਉਂਕਿ ਛੱਤੀਸਗੜ੍ਹ ਤੇ ਮੱਧ ਪ੍ਰਦੇਸ਼ ਦੇ ਵਿੱਚ ਐਦਾਂ ਦੀ ਗੱਲ ਹੋ ਚੁੱਕੀ ਹੈ। ਸਾਡੇ ਇੱਥੇ ਤੇ ਮਹਿਲਾਵਾਂ ਨੂੰ 1000 ਰੁਪਏ ਆਫਰ ਕੀਤੇ ਸੀਗੇ, ਉੱਥੇ ਤੇ 3-3000 ਰੁਪਏ ਆਫਰ ਕੀਤੇ, ਇੱਥੇ 1000 ਮਿਲੇ ਨਹੀਂ, ਉੱਥੇ 3-3000 ਦੇਣ ਦੀ ਗੱਲਾਂ ਚੱਲੀਆਂ। ਹੁਣ ਗੱਲ ਕਰੀਏ ਮਹਿਲਾ ਆਰਕਸ਼ਣ ਬਿੱਲ, ਕੱਲ ਹੋ ਗਿਆ ਰਾਜ ਸਭਾ ਦੇ ਵਿੱਚ ਪਾਸ, ਔਰ ਪਹਿਲੇ 2 ਵੋਟ ਜਿਹੜੇ ਅਗੇਂਸਟ ਲੋਕ ਸਭਾ ਦੇ ਵਿੱਚ ਪਏ ਸੀ ਨਾ, ਐਤਕੀ ਤੇ 2 ਵੀ ਨਹੀਂ ਪਏ, ਯਾਨੀ 100% ਸਹਿਮਤੀ ਨਾਲ ਮਹਿਲਾ ਆਰਕਸ਼ਣ ਬਿੱਲ ਹੋ ਗਿਆ ਪਾਸ। ਔਰ ਰਾਸ਼ਟਰਪਤੀ ਕੋਲ ਜਾ ਕੇ ਇਹ ਕਾਨੂੰਨ ਦਾ ਰੂਪ ਲਏਗਾ। 50% ਵਿਧਾਨ ਸਭਾ ਦੇ ਵਿੱਚ ਰੈਜ਼ੋਲੂਸ਼ਨ ਪਾਸ ਕਰਾ ਕੇ ਇਹਨੂੰ ਓਕੇ ਕਰ ਦਿੱਤਾ ਜਾਏਗਾ। ਫਿਰ ਉਹ ਸੈਂਸਸ ਤੇ ਡੀਲਿਮਿਟੇਸ਼ਨ ਕਦੋਂ ਇੰਪਲੀਮੈਂਟ ਹੋਏਗਾ ਪਤਾ ਨਹੀਂ। ਮੈਂ ਇੱਕ MP ਨੂੰ ਇਹ ਵੀ ਕਹਿੰਦੇ ਹੋਏ ਸੁਣਿਆ ਵੀ ਸਾਨੂੰ ਤੇ ਤੁਸੀਂ ਐਦਾਂ ਦੀ ਚੀਜ਼ ਦੇ ਦਿੱਤੀ ਜਿੱਦਾਂ ਕੁੜੀਆਂ ਨੂੰ ਕੋਈ ਨੂੰਹਾਂ ਨੂੰ ਗਹਿਣਾ ਲੈ ਕੇ ਦਿੰਦੇ ਨੇ ਕਿ ਵੀ ਚਲ ਇਹ ਹਾਰ ਲੈ ਲੈ, ਇਹ ਹਾਰ ਤੇਰਾ ਹੀ ਹੈ, ਇਹਨੂੰ ਜਾ ਕੇ ਲੋਕਰ 'ਚ ਰੱਖ ਦੇ, ਤੇ ਜਦ ਪੁੱਤ ਦਾ ਵਿਆਹ ਹੋਏਗਾ ਨਾ 9-10 ਸਾਲ ਬਾਅਦ, ਉਸ ਤੋਂ ਬਾਅਦ ਇਸ ਹਾਰ ਨੂੰ ਪਹਿਨੀ। ਐਦਾਂ ਦਾ ਹੀ ਮਹਿਲਾ ਆਰਕਸ਼ਣ ਬਿੱਲ ਹਾਰ ਦੇ ਰੂਪ ਵਿੱਚ ਮਹਿਲਾਵਾਂ ਨੂੰ ਦੇ ਤੇ ਦਿੱਤਾ ਹੈ, ਪਰ ਉਹ ਹਾਰ ਪਹਿਨੇਗੀ ਕਦੋਂ ਇਹ ਨਹੀਂ ਪਤਾ। ਮਤਲਬ ਪੁੱਤ ਦਾ ਵਿਆਹ ਹੋਊਗਾ ਤੇ ਪਹਿਨੀ ਨਾ ਨੂੰਹ ਨੂੰ ਦੇਣੀ। ਹਾਂਜੀ ਇੰਦਰਪ੍ਰੀਤ ਜੀ। ਬਿਲਕੁਲ
ਭਾਸਕਰ ਸਾਹਿਬ ਦੀ ਗੱਲ ਬਿਲਕੁਲ ਠੀਕ ਹੈ। ਤੁਸੀਂ ਦੇਖੋ ਭਾਸਕਰ ਸਾਹਿਬ, ਇਹ ਐਕਚੁਅਲੀ ਆਇਆ ਸੀਗਾ, ਇਸ਼ੂ ਉਠਾਇਆ ਸੀ ਪੀ ਚਿਦੰਬਰਮ ਹੋਰਾਂ ਨੇ, ਜਦੋਂ ਬਹਿਸ ਦੇ ਵਿੱਚ ਉਹਨਾਂ ਨੇ ਸਭ ਤੋਂ ਪਹਿਲਾਂ ਇਹ ਉਠਾਇਆ ਸੀਗਾ ਵੀ ਜੇ ਮਹਿਲਾ ਆਰਕਸ਼ਣ ਦੇ ਉੱਤੇ ਤੁਸੀਂ ਡੀਲਿਮਿਟੇਸ਼ਨ ਕਰਨੀ ਹੈ, ਪਹਿਲਾਂ ਜਨਗਣਨਾ ਕਰਨੀ ਹੈ ਪਹਿਲਾਂ, ਤਾਂ ਫਿਰ ਤੁਸੀਂ ਹੁਣ ਲੈ ਕੇ ਕਿਉਂ ਆਏ ਹੋ? ਤੇ ਲੈ ਕੇ ਹੀ ਉਦੋਂ ਆਉਣਾ ਚਾਹੀਦਾ ਸੀਗਾ। ਹੁਣ ਇਹਨੂੰ ਪਾਸ ਕਰਨ ਦਾ ਕੀ ਫਾਇਦਾ? ਅਗਲੀ ਉਹ ਸਰਕਾਰ 'ਚ ਪਾਸ ਹੋ ਜਾਂਦਾ। ਸੋ ਇੱਕ ਤਾਂ ਇਹ ਜਿਹੜਾ ਇਸ਼ੂ ਉਹਨਾਂ ਨੇ ਉਠਾਇਆ, ਉਸ ਤੋਂ ਬਾਅਦ ਤੁਸੀਂ ਮੈਂ ਜਿੰਨੇ ਵੀ ਮੈਂਬਰ ਪਾਰਲੀਮੈਂਟਾਂ ਨੂੰ ਬੋਲਦੇ ਹੋ ਸੁਣਿਆ, ਚਾਹੇ ਹਰਸਿਮਰਤ ਕੌਰ ਬਾਦਲ ਬੋਲ ਰਹੇ ਹੋਣ, ਚਾਹੇ ਮਹੁਆ ਮਿੱਤਰਾ ਬੋਲ ਰਹੇ ਹੋਣ, ਜਿੰਨੇ ਵੀ ਬੰਦੇ ਬੋਲੇ ਆ ਉਹਨਾਂ ਨੇ ਸਾਰਿਆਂ ਨੇ ਇਹ ਇਸ਼ੂ ਜ਼ਰੂਰ ਰੱਖਿਆ, ਔਰ ਇਹ ਵਾਜਿਬ ਵੀ ਹੈ ਕਿ ਡੀਲਿਮਿਟੇਸ਼ਨ ਦਾ ਮਤਲਬ ਕੋਈ ਹੈ ਨਹੀਂ, ਕਿਉਂਕਿ ਜਦੋਂ ਤੁਸੀਂ 546 ਜਿਹੜੀਆਂ ਸਾਡੀਆਂ ਸੀਟਾਂ ਹੈਗੀਆਂ ਨੇ, ਜੇ ਅੱਜ ਹੀ ਤੁਸੀਂ ਇਸ ਤੇ ਲਾਗੂ ਕਰ ਦਿਓ 33% ਲਾਗੂ ਕਰ ਦਿਓ ਇਸ ਤੇ, ਇਹਦਾ ਮਤਲਬ ਇਹ ਥੋੜ੍ਹੀ ਹੁੰਦਾ ਕਿ ਜਦੋਂ ਤੁਸੀਂ ਲਾਗੂ ਕਰਨਾ ਤੁਸੀਂ ਸੀਟਾਂ ਵਧਾ ਕੇ ਲਾਗੂ ਕਰਨਾ ਹੈ। 33% ਅੱਜ ਦੀ ਉਸ ਤੇ ਲਾਗੂ ਕਰਨ 'ਚ ਕੀ ਹਰਜ ਹੈ? ਜੇ 33% ਸੀਟਾਂ ਦੇ ਉੱਤੇ ਮਤਲਬ ਕਿੰਨੀਆਂ 100 ਸਵਾ 100 ਸੀਟ ਜਿਹੜੀ ਵੀ ਬਣੇਗੀ, 150 ਸੀਟ ਉਹ ਬਣੀ, ਤਾਂ ਉਸ ਦੇ ਉੱਤੇ ਅਗਰ ਮਹਿਲਾਵਾਂ ਆ ਜਾਂਦੀਆਂ ਨੇ ਤਾਂ ਦਿੱਕਤ ਕੀ ਹੈ ਉਹਨਾਂ ਨੂੰ? ਮੈਨੂੰ ਲੱਗਦਾ ਕਿ ਇਹ ਜਿਹੜਾ ਪੁਰਾਣੀ ਜਨਗਣਨਾ ਦੇ ਆਧਾਰ ਤੇ ਜਿੱਥੇ ਜਿੱਥੇ ਔਰਤਾਂ ਦੀ ਗਿਣਤੀ ਕੰਪੈਰੇਟਿਵਲੀ ਥੋੜੀ ਬਿਹਤਰ ਹੈ, ਉੱਥੇ ਉੱਥੇ ਕਰ ਦਿਓ। ਨਹੀਂ, ਇਹਦੀ ਉਹਦੀ ਵੀ ਲੋੜ ਨਹੀਂ ਹੈ। ਮੈਨੂੰ ਲੱਗਦਾ ਕਿ ਮਹਿਲਾਵਾਂ ਦੀ ਗਿਣਤੀ ਪੂਰੀ ਕੌਂਸਟੀਚੁਐਂਸੀਆਂ 'ਚ ਕਿਤੇ ਵੀ, ਰੰਧਾਵਾ ਸਾਹਿਬ, ਏਦਾਂ ਨਹੀਂ ਹੈ ਕਿ ਉਹ ਅਗਰ ਆਪਾਂ ਕੇਰਲਾ ਸਾਈਡ ਨੂੰ ਥੋੜੀ ਛੱਡ ਦਈਏ, ਕੇਰਲਾ ਦੇ ਵਿੱਚ ਜ਼ਰੂਰ ਮਹਿਲਾਵਾਂ ਸਾਡੇ ਤੋਂ ਜ਼ਿਆਦਾ ਨੇ। ਨਹੀਂ ਇੰਦਰਪ੍ਰੀਤ ਜੀ, ਐ ਨਹੀਂ ਹੁੰਦਾ। ਮੰਨ ਲਓ 100 ਦੇ ਪਿੱਛੇ 95 ਔਰਤਾਂ ਨੇ, 100 ਬੰਦਿਆਂ ਦੇ ਪਿੱਛੇ 95 ਔਰਤਾਂ ਨੇ, ਤਾਂ ਜਿੱਥੇ 93 ਉਹਨੂੰ ਛੱਡ ਦਿਓ, ਜਿੱਥੇ 95 ਉਹਨੂੰ ਕਰ ਲਓ, 94.5 ਨੂੰ ਕਰ ਲਓ। ਮਤਲਬ ਉੱਪਰਲੀ ਕਿਹੜੀ ਰੇਸ਼ੋ ਆ ਨਾ, ਇਹ ਨਹੀਂ ਮੈਂ ਕਹਿੰਦਾ ਕਿ ਜਿੱਥੇ ਔਰਤਾਂ ਦੀ ਗਿਣਤੀ 101 ਆ ਉਹਨਾਂ ਨੂੰ ਕਰੋ, ਐ ਨਹੀਂ ਆ। ਜਿੱਥੇ ਔਰਤਾਂ ਆਪਣੇ ਮੁਕਾਬਲੇ ਦੇ ਵਿੱਚ ਹੀ ਦੂਜਿਆਂ ਨਾਲੋਂ ਬਿਹਤਰ, ਉੱਥੋਂ ਉਹ ਕਰ ਦਿਓ। ਬਿਲਕੁਲ, ਮੈਂ ਉਹੀ ਗੱਲ ਕਹਿ ਰਿਹਾ ਸੀ ਵੀ ਫਸਟ ਉਥੋਂ ਇਹ ਕਦਮ ਚੁੱਕਿਆ ਜਾ ਸਕਦਾ ਸੀ। ਠੀਕ ਹੈ, ਡੀਲਿਮਿਟੇਸ਼ਨ ਕਰਾਣੀ ਹੈ ਤੁਸੀਂ, ਉਹ ਵੀ ਕਰਵਾ ਲਓ। ਜਨਗਣਨਾ ਤੁਹਾਡੀ ਕਿਉਂਕਿ ਕਰੋਨਾ ਕਰਕੇ ਪੈਂਡਿੰਗ ਪਈ ਹੈ, ਕਰੋਨਾ ਦੇ ਦੌਰ 'ਚ ਇਹ ਦੋਨੋਂ ਚੀਜ਼ਾਂ ਰੁਕੀਆਂ ਸੀ, ਅਦਰਵਾਈਜ਼ ਹੋ ਜਾਣੀਆਂ ਸੀ, ਇਹ ਦੋਨੋਂ ਰੁਕੀਆਂ ਹੋਈਆਂ ਨੇ, ਉਹ ਕਰਵਾਈਆਂ ਜਾ ਸਕਦੀਆਂ, ਲੇਕਿਨ ਉਹਦੇ ਅਕੋਰਡਿੰਗ ਹੀ ਚੇਂਜ ਹੋ ਸਕਦੀਆਂ। ਪਰ ਐਤਕੀ ਜਿਹੜਾ 2024 ਦਾ ਜਿਹੜਾ ਇਲੈਕਸ਼ਨ ਹੋਣਾ ਹੈ, ਉਹਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਕੋਈ ਬਹੁਤ ਹੀ ਵੱਡੀ ਹਰਡਲ ਸੀ। 33% ਰਿਜ਼ਰਵੇਸ਼ਨ ਦਿੱਤੀ ਜਾ ਸਕਦੀ ਸੀਗੀ। ਪਰ ਇੰਦਰਪ੍ਰੀਤ ਜੀ, ਅਗਲਿਆਂ ਨੇ ਏਡੀ ਵੱਡੀ ਸੰਸਦ ਬਣਾਈ, ਤੁਹਾਨੂੰ ਲੱਗਦਾ ਵੀ ਉਹ ਇਸੇ ਵੇਲੇ ਕਰਕੇ ਇੱਕ ਟ੍ਰੈਡੀਸ਼ਨ ਤਿਆਰ ਕਰ ਲੈਣ? ਨਾ, ਉਹਨਾਂ ਨੇ ਜਿੱਥੇ ਗਿਣਤੀ ਦੇ ਹਿਸਾਬ ਨਾਲ, ਆਬਾਦੀ ਦੇ ਹਿਸਾਬ ਨਾਲ ਸੀਟਾਂ ਵਧਾਉਣੀਆਂ ਨੇ, ਤੁਸੀਂ ਦੇਖ ਲਿਓ ਆਬਾਦੀ ਦੇ ਹਿਸਾਬ ਨਾਲ ਕਿਹੜੀ ਬੈਲਟ ਵਿੱਚ ਜ਼ਿਆਦਾ ਸੀਟਾਂ ਵਧਣੀਆਂ ਨੇ, ਫਾਇਦਾ ਕਿੱਥੋਂ ਹੁੰਦਾ ਹੈ। ਸੋ ਇਹ ਬਹੁਤ ਵੱਡੀ ਗੇਮ ਦਾ ਇੱਕ ਛੋਟਾ ਜਿਹਾ ਟੂਲ ਆ, ਹਿੱਸਾ ਹੈ। ਤੁਸੀਂ ਦੇਖਿਓ ਸਹੀ ਬਣਦਾ ਕੀ ਆ। ਅੱਗੇ ਦੇਖੀਏ, ਭਾਸਕਰ ਸਾਹਿਬ ਕੁਝ ਕਹਿਣ ਲੱਗੇ, ਫਿਰ ਬੰਦ ਕਰੀਏ। ਇਹ ਗੱਲ ਨਾ ਉੱਠੀ ਸੀਗੀ ਲੋਕ ਸਭਾ ਦੇ ਵਿੱਚ ਵੀ, ਉਹ ਰਾਹੁਲ ਗਾਂਧੀ ਜਿਹੜੇ ਕੱਲ ਕੂਲੀ ਦੇ ਰੂਪ ਵਿੱਚ ਦੇਖੇ ਗਏ, ਉਹ ਆਨੰਦ ਵਿਹਾਰ ਦਿੱਲੀ ਦੇ ਰੇਲਵੇ ਸਟੇਸ਼ਨ ਦੇ ਵਿੱਚ ਕੈਚੀ ਸਿਰ ਤੇ ਰੱਖ ਕੇ ਘੁੰਮ ਰਹੇ ਸੀਗੇ। ਉਹਨਾਂ ਨੇ ਵੀ ਇਹ ਗੱਲ ਕੀਤੀ ਸੀਗੀ ਕਿ ਵੀ ਹੁਣੇ ਕਿਉਂ ਨਹੀਂ ਕਰਦੇ, ਤੇ ਉਸ ਤੋਂ ਬਾਅਦ ਅਮਿਤ ਸ਼ਾਹ ਉਹਨਾਂ ਨੇ ਤੰਜ ਕੱਸਦੇ ਹੋਏ ਕਿਹਾ ਸੀਗਾ ਜੇ ਆਪਾਂ ਕਰ ਦਈਏ ਫਿਰ ਤੁਹਾਡੀ ਵਾਇਨਾਡ ਕੌਂਸਟੀਚੁਐਂਸੀ ਅਗਰ ਵਿਮਨ ਦੇ ਵਾਸਤੇ ਰਿਜ਼ਰਵ ਹੋ ਗਈ ਤਾਂ ਤੁਸੀਂ ਕਹੋਗੇ ਤੁਸੀਂ ਕੀ ਕਰਤਾ। ਤੇ ਇਹ ਗੱਲਾਂ ਤੰਜ ਦੇ ਰੂਪ ਵਿੱਚ ਤੇ ਅੱਗੇ ਵਧੀਆਂ, ਪਰ ਸਿੱਟਾ ਕੋਈ ਨਹੀਂ ਨਿਕਲਿਆ। ਆਰਕਸ਼ਣ ਬਿੱਲ ਪਾਸ ਹੋ ਗਿਆ, ਪਰ 9 ਸਾਲ ਤੱਕ ਅਲਮਾਰੀ ਦੇ ਵਿੱਚ ਬੰਦ ਹੀ ਰਹਿਣਾ। ਅੱਗੇ ਚੱਲ ਕੇ ਕੀ ਹੋਣਾ, ਕਦੋਂ ਹੋਣਾ, ਕੌਣ ਕਰੇਗਾ, ਇਹ ਸਾਰੀ ਗੱਲਾਂ ਹੁਣ ਫਿਊਚਰ ਦੇ ਉੱਤੇ ਡਿਪੈਂਡ ਕਰਦੀਆਂ। ਰਾਹੁਲ ਗਾਂਧੀ ਨੂੰ ਚਾਹੀਦਾ ਸੀ ਉਹ ਉਸੇ ਵੇਲੇ ਜਵਾਬ ਦਿੰਦੇ, ਮੋੜ ਮਾ, ਜਾਂ ਉਹਨਾਂ ਦਾ ਕੋਈ ਬੰਦਾ ਦਿੰਦਾ ਵੀ ਸਾਡੇ ਰਾਹੁਲ ਗਾਂਧੀ ਕਿਹੜੇ ਕਿਤੇ ਇੱਕ ਜਗ੍ਹਾ ਠੱਪਾ ਲਾ ਕੇ ਬੈਠੇ ਰਹਿੰਦੇ ਹੋ, ਤੇ ਜਿੱਥੋਂ ਮਰਜ਼ੀ ਲੜ ਸਕਦੇ ਆ, ਤਾਂ ਤੁਸੀਂ ਬਣਾਉਣ ਵਾਲੇ ਬਣੋ, ਸਾਡੇ ਬੰਦੇ ਦੀ ਕੋਈ ਨਹੀਂ। ਅੱਜ ਕੱਲ ਉਹ ਕੁੱਲੀ ਵੀ ਬਣ ਜਾਣ ਤੇ ਭਾਵੇਂ ਉਹ ਡਰਾਈਵਰ ਬਣ ਜਾਣ, ਕੋਈ ਪਤਾ ਥੋੜੀ ਆ ਕਿ ਉਹ ਕੱਲ ਨੂੰ ਕਹਿਣ ਚਲੋ ਮੈਂ ਨਹੀਂ ਹੁਣ ਕਹਿਣਾ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਜੀ।